ईडी रेडा होण या फिर मीडिया हाउसिस की इन्वॉल्वमेंट होवे। ईडी ਨੂੰ बहुत टुट के पए ने राहुल गांधी, बहुत टुट के पए ने और उन्होंने सीधे तौर के उत्ते कोई उत्थे उन्होंने नहीं मन्निया। कल जिहड़ा नारा भी सीगा जिहड़ा कहा गया कि मैं सावरकर नहीं हाँ, मैं राहुल गांधी हाँ। ईडी ਨੂੰ बहुत तिखे तरीके दे नाल राहुल गांधी ने चैलेंज किया। उन्होंने 5-7 गल्लां ईडी सामने रखिया। उन्होंने कहा कि ये सिर्फ इत्थे कांग्रेसी बुलाए जाते हैं, सच है। किन्ने ही भाजपाइयां ते ईडी दे केस ने, किसी नूं नहीं बुलाया गया। ਅਸੀਂ ਇਹ ਨਹੀਂ ਕਹਿੰਦੇ ਕਿ ਕਾਂਗਰਸ ਏਜੰਸੀਆਂ ਦਾ ਮਿਸਯੂਜ਼ ਨਹੀਂ ਕਰਦੀ ਸੀ, ਕਾਂਗਰਸ ਨੇ ਇਹ ਰੀਤ ਤੋਰੀ ਆ। ਗੱਲ ਇਹ ਹੈ ਕਿ ਜਿਹੜੇ ਲੋਕ ਜਿਹੜੀਆਂ ਗੱਲਾਂ ਤੇ ਲੜਦੇ ਰਹੇ, ਇਸ ਦੇਸ਼ ਦੀ ਤਰਾਸਦੀ ਇਹ ਹੋਊਗੀ ਕਿ ਜਦੋਂ ਤੁਸੀਂ ਆਪੋਜੀਸ਼ਨ 'ਚੋਂ ਕੁਛ ਮਰਜ਼ੀ ਕਹੋ, ਜਦੋਂ ਤੁਸੀਂ ਸੱਤਾ 'ਚ ਆ ਗਏ ਤੁਸੀਂ ਬਿਲਕੁਲ ਬਦਲ ਗਏ, ਜਦੋਂ ਤੁਸੀਂ ਫਿਰ ਆਪੋਜੀਸ਼ਨ ਚਲੇ ਗਏ ਫਿਰ ਸੇਮ ਤਰ੍ਹਾਂ ਦੀਆਂ ਗੱਲਾਂ ਕਰਨਾ ਸ਼ੁਰੂ ਕਰ ਦਿੰਦੇ। ਇਹੀ ਕਾਂਗਰਸ ਕਰਦੀ ਹੈ, ਬੀਜੇਪੀ ਕਰਦੀ ਹੈ। ਪਰ ਤੁਹਾਨੂੰ ਲੱਗਦਾ ਕਿ ਇਹ ਹੁਣ ਇਹ ਲਾਸਟ ਵਿਕਲਪ ਇਹੀ ਸਰਕਾਰਾਂ ਕੋਲ ਬਚਿਆ ਹੈ ਕਿ ਈਡੀ ਦਾ ਹੀ ਪ੍ਰਯੋਗ ਕਰ ਲਿੱਤਾ ਜਾਵੇ? ਬਣੇ ਬਣਾਏ ਫਾਰਮੈਟ ਚੀਜ਼ਾਂ ਚੱਲ ਰਹੀਆਂ। ਫਾਰਮੈਟ ਨੂੰ ਚੈਲੰਜ ਕਰਕੇ ਫਾਰਮੈਟ ਨੂੰ ਤੋੜ ਕੇ ਨਵਾਂ ਫਾਰਮੈਟ ਖੜਾ ਕਰਨਾ ਇਹ ਬਹੁਤ ਔਖੀ ਗੱਲ ਹੁੰਦੀ ਹੈ, ਬਹੁਤ ਸੌਖੀ ਗੱਲ ਨਹੀਂ। ਪੰਜਾਬ ਦੇ ਵਿੱਚ ਕਈ ਮੰਤਰੀ ਰਡਾਰ ਦੇ ਉੱਤੇ ਵੀ ਨੇ, ਆਮ ਆਦਮੀ ਪਾਰਟੀ ਦੇ ਰਡਾਰ ਦੇ ਉੱਤੇ ਨੇ, ਹਾਲਾਂਕਿ ਈਡੀ ਦੀ ਰਡਾਰ ਤੇ ਨਹੀਂ ਹੈ, ਉਹ ਆਪਣੇ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਕਰਾ ਰਹੇ ਨੇ। ਕਾਂਗਰਸ ਨੂੰ ਇਹ ਪਤਾ ਗਾ ਕਿ ਅਗਰ ਇੱਕ ਨੂੰ ਨਾ ਬਚਾਇਆ ਤਾਂ ਦੂਜੇ ਨੂੰ ਪੈਣਗੇ, ਦੂਜੇ ਨੂੰ ਨਾ ਬੋਲੇ ਤੀਜੇ ਨੂੰ ਪੈਣਗੇ, ਤੀਜੇ ਨੂੰ ਨਾ ਬੋਲੇ ਚੌਥੇ ਨੂੰ ਪੈਣਗੇ। ਇਸੇ ਕਰਕੇ ਉਹ ਭਗਵੰਤ ਮਾਨ ਦੇ ਘਰ ਮੁੜੇ ਜਾਂਦੇ। ਹੋਰ ਕਾਹਦੇ ਲਈ ਗਏ ਨੇ ਭਗਵੰਤ ਮਾਨ ਦੇ ਘਰ ਅੱਗੇ? ਉਹ ਇਸ ਲਈ ਕੋਈ ਧਰਮ ਸੋਧ ਲਈ ਥੋੜੀ ਗਏ ਨੇ, ਉਹ ਆਪਦੇ ਲਈ ਗਏ ਨੇ। ਕਿਦਾ ਜੇ ਇਦਾਂ ਹੀ ਡਰ ਰਿਹਾ ਤਾਂ ਲੱਗਦਾ ਕਿ ਕਾਂਗਰਸ ਨਹੀਂ, ਮੈਂ ਕਹਿੰਦਾ ਕਾਂਗਰਸ ਰਿਵਾਈਵ ਕਰ ਪਾਏਗੀ। तो ਬੰਦੇ ਰਾਜਨੀਤੀ ਨਾਲ ਜੁੜੇ ਇਸ ਕਰਕੇ ਹੋਏ ਨੇ ਕਿ ਅਸੀਂ ਫਾਇਦੇ ਲੈਣੇ। ਤਾਂ ਅੱਜ ਫਾਇਦਾ ਕੌਣ ਦੇ ਸਕਦਾ ਗਾ? ਬੀਜੇਪੀ ਦੇਊਗੀ ਨਾ। ਤਾਕਤ ਬੀਜੇਪੀ ਕੋਲ ਆ। ਸਭ ਤੋਂ ਪਹਿਲਾਂ ਤਾਂ ਗਨਮੈਨ ਚਾਹੀਦੇ ਪੰਜਾਬ ਵਾਲਿਆਂ ਨੂੰ। ਪੰਜਾਬ ਵਾਲਿਆਂ ਬਾਰੇ ਮਸ਼ਹੂਰ ਆ ਵੀ ਇਹਨਾਂ ਨੂੰ ਗਨਮੈਨ ਦੇ ਦਿਓ, ਉਹਦੇ 'ਚ ਖੁਸ਼ ਹੋ ਜਾਂਦੇ ਨੇ। ਔਰ ਸਟੇਟਮੈਂਟਾਂ ਜਿਹੜੀਆਂ ਪ੍ਰਧਾਨ ਨੇ ਦਿੱਤੀਆਂ ਉਹ ਬਹੁਤ ਹੀ ਹਲਕੀ ਸਟੇਟਮੈਂਟ ਸੀ ਰਾਜਾ ਵੜਿੰਗ। ਇਹ 'ਚ ਰਾਜਾ ਵੜਿੰਗ ਕਹਿ ਰਿਹਾ ਹੈਗਾ ਕਿ ਜਾਓ ਜਿਹਨੇ ਜਾਣਾ, ਜਿਹਦੇ ਦੇ ਬਾਅਦ 'ਚੋਂ ਜੋ ਨੇ ਵੀ ਟਿੱਪਣੀ ਕੀਤੀ ਹੈ। ਹਾਲਾਂਕਿ ਜੋ ਦੇ ਮਸਲਾ ਨਹੀਂ ਗਾ, ਤੁਸੀਂ ਇਹ ਨਹੀਂ ਕਹਿ ਸਕਦੇ। ਤੁਹਾਡੇ ਨਾ ਵੀ ਇਹ ਤਾਂ ਉਹ ਮਾਲ ਆ ਜਿਹੜਾ ਬੁੜੇ ਹੋ ਗਏ, ਬਜ਼ੁਰਗ ਤਾਂ ਕਿੰਨੇ ਬੈਠੇ ਨੇ ਪਾਰਟੀ 'ਚ। ਪੋਲੀਟੀਕਲੀ ਰਾਜੇ ਵੜਿੰਗ ਨੇ ਇਹ ਸਹੀ ਸਟੇਟਮੈਂਟ ਨਹੀਂ ਤੇ ਹੋਰ ਕਾਂਗਰਸ ਨੂੰ ਭਜਾਉਣ ਵਾਲੀ ਗੱਲ ਆ ਬਈ। ਜਾਓ ਰਾਜ ਪਾਰਟੀਆਂ ਇਹ ਨਹੀਂ ਚੱਲਦੀਆਂ ਹੁੰਦੀਆਂ। ਉਹ ਨਵੇਂ ਪ੍ਰਧਾਨ ਬਣੇ, ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗੂ ਉਸ ਇੰਟੈਂਸਿਟੀ ਗ੍ਰੈਵਿਟੀ ਦਾ। ਇੱਕ ਐਮਐਲਏ ਹੋਣਾ ਤੇ ਬਾਕੀ ਚੀਜ਼ਾਂ ਹੋਣੀਆਂ ਅਲੱਗ ਗੱਲ। ਇਹ ਗੱਲ ਉਹਨਾਂ ਨੂੰ ਬਹੁਤ ਲੇਟ ਸਮਝ ਆਊਗੀ ਜਿਹੜੀ ਗੱਲ ਉਹਨਾਂ ਨੂੰ ਲੱਗਦਾ। ਇੱਕੋ ਲਾਈਨ ਕਿਉਂਕਿ ਰਾਜਨੀਤੀ ਦਾ ਸਟੂਡੈਂਟ ਹੋਣਾ, ਰਾਜਨੀਤੀ ਨੂੰ ਜਾਣਨਾ ਤੇ ਚੋਣਾਂ ਜਿੱਤਣਾ ਅਲੱਗ-ਅਲੱਗ ਗੱਲ ਹੈ। ਇੱਥੇ ਕਾਂਗਰਸ ਤੋਂ ਲੀਡਰ ਰਹੇ ਜਿਹੜੇ 360 ਡਿਗਰੀ ਤੇ ਰਾਜਨੀਤੀ ਨੂੰ ਘੁਮਾਉਂਦੇ ਨੇ। ਇਸੇ ਕਾਂਗਰਸ ਤੋਂ ਲੀਡਰ ਵੀ ਨੇ ਜਿਨ੍ਹਾਂ ਨੂੰ 60 ਦੇ ਕੋਣ ਤੇ ਵੀ ਰਾਜਨੀਤੀ ਸਮਝ ਨਹੀਂ ਆਉਂਦੀ, 90 ਦੇ ਕੋਣ ਤੇ ਵੀ ਰਾਜਨੀਤੀ ਸਮਝ ਆਉਂਦੀ। ਕਾਂਗਰਸ ਦਾ ਸਰਵਾਈਵ ਕਰਨਾ 2024 ਤੋਂ ਬਾਅਦ, ਜਦੋਂ 2024 'ਚ ਸੁਪਨੇ ਟੁੱਟਣਗੇ ਕਾਂਗਰਸੀਆਂ ਦੇ, ਉਦੋਂ ਦੇਸ਼ ਭਰ ਦੇ ਕਾਂਗਰਸੀਆਂ ਤੁਸੀਂ ਦੇਖੋਗੇ ਕਿੱਧਰ ਨੂੰ ਮੂਵ ਹੋਣਗੇ। ਜਿਹੜੇ ਰਾਜਾਂ 'ਚ, ਕਿਉਂਕਿ ਪੰਜਾਬ 'ਚ ਬੀਜੇਪੀ 'ਚ ਬਹੁਤ ਸਪੇਸ ਪਿਆ ਗਾ ਰਾਜਨੀਤੀ ਕਰੋ, ਖਾਲੀ ਪਈ ਆ ਵੀ। ਕੁਝ ਕਾਂਗਰਸੀ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਆ ਇਹ ਜਹਾਜ਼ ਪੂਰਾ ਡੁੱਬ ਜੇ ਅਸੀਂ ਫਿਰ ਵੀ ਵਿੱਚ ਹੀ ਹੋਵਾਂਗੇ। ਇਹੋ ਜਿਹੇ ਕਾਂਗਰਸੀ ਵੀ ਨੇ, ਅਸੀਂ ਡੁੱਬਦੇ ਜਹਾਜ਼ ਨੂੰ ਛੱਡ ਕੇ ਨਹੀਂ ਜਾਵਾਂਗੇ। ਉਹ ਕਾਂਗਰਸੀ ਵੀ ਨੇ। ਪਰ ਕੁਝ ਉਹ ਵੀ ਹੋਣਗੇ ਜਿਹੜੇ ਆਪਦੇ ਨਿੱਜੀ ਸਰਵਾਈਵਲ ਲਈ, ਪ੍ਰੋਟੈਕਸ਼ਨ ਲਈ ਤੇ ਸਾਰੇ ਕਾਸੇ ਲਈ ਚਲੇ ਜਾਣਗੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਰਾਜਨੀਤੀ ਡੀਕੋਡ ਦੇ ਵਿੱਚ ਅੱਜ ਡੀਕੋਡ ਕਰਾਂਗੇ ਭਾਜਪਾ ਸਰਕਾਰ ਦੇ ਵੱਲੋਂ ਕੰਟਰੋਲ ਕੀਤੀ ਜਾ ਰਹੀ ਏਜੰਸੀਆਂ ਤੇ ਮੀਡੀਆ ਹਾਊਸਿਸ। ਸਾਡੇ ਨਾਲ ਯਾਦਵਿੰਦਰ ਜੀ ਨੇ, ਗੱਲਬਾਤ ਕਰਦੇ ਹਾਂ। ਯਾਦਵਿੰਦਰ ਜੀ, ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਜੋ ਚਰਚਾਵਾਂ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੀਆਂ ਨੇ, ਈਡੀ ਰੇਡਾਂ ਹੋਣ ਜਾਂ ਫਿਰ ਮੀਡੀਆ ਹਾਊਸਿਸ ਦੀ ਇਨਵੋਲਵਮੈਂਟ ਹੋਵੇ, ਕਿ ਬਾਕੀ ਸਭ ਕੁਝ ਕੰਟਰੋਲ ਦੇ ਵਿੱਚ? ਦੇਖੋ, ਰਾਹੁਲ ਗਾਂਧੀ ਤੋਂ ਪੁੱਛਗਿੱਛ ਕੀਤੀ ਗਈ ਹੈ, ਮੀਡੀਆ ਬਾਰ-ਬਾਰ ਚਰਾ ਰਿਹਾ, 150 ਸਵਾਲ ਪੁੱਛ ਲਏ, ਸਵਾਲਾਂ ਦੀ ਝੜੀ ਲਾਤੀ, ਪਰ ਜੋ ਰਾਹੁਲ ਗਾਂਧੀ ਨੇ ਈਡੀ ਨੂੰ ਜਵਾਬ ਦਿੱਤੇ ਉਹਨਾਂ ਨੂੰ ਕਿਤੇ ਰਿਪੋਰਟ ਨਹੀਂ ਕੀਤਾ ਗਿਆ। ਕਿਸੇ ਵੱਡੇ ਮੀਡੀਆ ਹਾਊਸ ਨੇ ਰਿਪੋਰਟ ਨਹੀਂ ਕੀਤਾ। ਇੱਥੋਂ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਮੀਡੀਆ ਹਾਊਸਿਸ ਤੇ ਦਬਾਅ, ਕਿਸ ਤਰੀਕੇ ਦੇ ਨਾਲ ਮੀਡੀਆ ਹਾਊਸਿਸ ਨੂੰ ਕਿਹਾ ਜਾ ਰਿਹਾ ਕਿ ਕੀ ਰਿਪੋਰਟ ਕਰੋ ਕੀ ਨਾ ਕਰੋ। ਰਾਹੁਲ ਗਾਂਧੀ ਈਡੀ ਸਾਹਮਣੇ ਗਏ ਆ। ਰਾਹੁਲ ਗਾਂਧੀ ਦਾ ਕਸੂਰ ਹੋ ਸਕਦਾ, ਗਾਂਧੀ ਪਰਿਵਾਰ ਦਾ ਕਸੂਰ ਹੋ ਸਕਦਾ, ਹੈਰਾਲਡ ਕੇਸ 'ਚ ਉਹ ਗੜਬੜ ਕਰ ਸਕਦੇ ਆ, ਇਹ ਮੰਨ ਸਕਦੇ ਆਪਾਂ, ਸਾਰਾ ਕੁਝ ਮੰਨਿਆ ਜਾ ਸਕਦਾ ਜੋ ਭਾਜਪਾ ਵੱਲੋਂ ਇਲਜ਼ਾਮ ਲਾਏ ਗਏ ਨੇ, ਜੋ ਸਭ ਕੁਝ ਕਿਹਾ ਗਿਆ। ਪਰ ਜੋ ਰਾਹੁਲ ਗਾਂਧੀ ਨੇ ਅੰਦਰ ਕਿਹਾ, ਮੀਡੀਆ ਦਾ ਧਰਮ ਕੀ ਸੀ ਕਿ ਘੱਟੋ ਘੱਟ ਉਹਨੂੰ ਰਿਪੋਰਟ ਕਰੇ। ਤੁਹਾਡੀ ਕਲਾਈਨ ਹੋ ਸਕਦੀ ਆ ਪਰ ਉਹ ਰਿਪੋਰਟ ਤਾਂ ਕਰੋ ਨਾ। ਜੋ ਰਾਹੁਲ ਗਾਂਧੀ ਨੇ ਈਡੀ ਦੇ ਸਾਹਮਣੇ ਜਿਹੜੇ ਸੋਰਸ ਦੱਸਦੇ ਨੇ, ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਤੁਹਾਡੇ ਮੰਤਰੀ, ਤੁਹਾਡੀ ਸਰਕਾਰ ਦੇ ਮੰਤਰੀ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ, ਮੈਨੂੰ ਕਿਸ ਗੱਲ ਲਈ ਬੁਲਾਇਆ? ਉਹਨਾਂ ਕੋਲ ਸਾਰੇ ਤੱਥ ਨੇ, ਤੁਹਾਡੇ ਮੰਤਰੀ ਸਾਹਿਬਾਂ ਨੇ ਸਾਰਾ ਕੁਝ ਕਹਿ ਦਿੱਤਾ ਹੈਗਾ। ਉਹਨਾਂ ਨੇ ਬਾਰ-ਬਾਰ ਪੁੱਛਿਆ ਕਿ ਈਡੀ ਤੋਂ ਕੁਝ, ਈਡੀ ਨੂੰ ਨਹੀਂ ਪਤਾ ਕਿ ਅਕਾਊਂਟ ਕਿੱਥੇ ਹੁੰਦੇ ਨੇ, ਕੀ ਹੁੰਦੇ ਨੇ,
ਕਿ 9-9 ਘੰਟੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈਗੀ। ਈਡੀ ਨੂੰ ਬਹੁਤ ਟੁੱਟ ਕੇ ਪਏ ਨੇ ਰਾਹੁਲ ਗਾਂਧੀ, ਬਹੁਤ ਟੁੱਟ ਕੇ ਪਏ ਨੇ, ਔਰ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕੋਈ ਉੱਥੇ ਉਹਨਾਂ ਨੇ ਨਹੀਂ ਮੰਨਿਆ। ਕੱਲ ਜਿਹੜਾ ਨਾਰਾ ਵੀ ਸੀਗਾ, ਜਿਹੜਾ ਕਿਹਾ ਗਿਆ ਕਿ ਮੈਂ ਸਾਵਰਕਰ ਨਹੀਂ ਆ, ਮੈਂ ਰਾਹੁਲ ਗਾਂਧੀ ਆ, ਇਹ ਬਹੁਤ ਤਿੱਖਾ ਕਮੈਂਟ ਆ। ਸਾਵਰਕਰ ਕੌਣ ਨੇਗੇ? ਸਾਵਰਕਰ ਉਹ ਨੇ ਜਿਹੜੇ ਉਸ ਆਈਡੀਓਲੋਜੀ ਦੇ ਥੰਮ ਨੇ, ਆਰਐਸਐਸ ਦੀ ਆਈਡੀਓਲੋਜੀ ਦੇ ਥੰਮ ਨੇ। ਗੁਰੂ ਗੋਬਲਕਰ, ਉਸ ਤੋਂ ਬਾਅਦ ਕਿੰਨੀ ਆਰਐਸਐਸ ਦੇ ਜਿਹੜੇ ਹੈੱਡ ਹੁੰਦੇ ਨੇ, ਤੇ ਸਾਵਰਕਰ ਉਹ ਨੇ ਜਿਹਨਾਂ ਸਾਵਰਕਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ, ਜਿੱਤੇ ਹਿਸਟਰੀ ਦੇ ਉੱਤੇ ਐਲੀਗੇਸ਼ਨ ਲੱਗਦਾ ਗਾ ਕਿ ਸਾਵਰਕਰ ਨੇ ਅੰਗਰੇਜ਼ਾਂ ਤੋਂ ਮਾਫੀ ਮੰਗ ਲਈ ਸੀ ਅੰਦੋਲਨ ਦੇ ਦੌਰਾਨ, ਜਦੋਂ ਆਜ਼ਾਦੀ ਦੀ ਲਹਿਰ ਦਾ ਅੰਦੋਲਨ ਚੱਲ ਰਿਹਾ ਸੀਗਾ। ਤਾਂ ਉਸ ਦੌਰ ਦੇ ਅੰਦਰ ਰਾਹੁਲ ਗਾਂਧੀ ਇਹ ਕਹਿ ਕੇ ਜਾਂਦੇ ਨੇ ਕਿ ਮੈਂ ਸਾਵਰਕਰ ਨਹੀਂ, ਰਾਹੁਲ ਗਾਂਧੀ ਆ। ਕਿਤੇ ਰਿਪੋਰਟ ਨਹੀਂ ਹੋਇਆਗਾ, ਕਿਸੇ ਇੱਕ ਥਾਂ ਦੇ ਉੱਤੇ ਹੈਡਲਾਈਨ ਦਿਖਾ ਦਿਓ ਕਿ ਮੈਂ ਸਾਵਰਕਰ ਨਹੀਂ, ਰਾਹੁਲ ਗਾਂਧੀ ਆ। ਦੂਸਰਾ, ਜੋ ਈਡੀ ਦੇ ਸਾਹਮਣੇ ਉਹ ਕਹਿ ਰਹੇ ਨੇ, ਈਡੀ ਨੂੰ ਬਹੁਤ ਤਿੱਖੇ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੇ ਚੈਲੰਜ ਕੀਤਾ। ਉਹਨਾਂ ਨੇ 5-7 ਗੱਲਾਂ ਈਡੀ ਸਾਹਮਣੇ ਰੱਖਿਆ। ਉਹਨਾਂ ਨੇ ਕਿਹਾ ਕਿ ਇਹ ਸਿਰਫ ਇੱਥੇ ਕਾਂਗਰਸੀ ਬੁਲਾਏ ਜਾਂਦੇ ਨੇ, ਸੱਚ ਹੈ। ਕਿੰਨੇ ਹੀ ਭਾਜਪਾਈਆਂ ਤੇ ਈਡੀ ਦੇ ਕੇਸ ਨੇ, ਕਿਸੇ ਨੂੰ ਨਹੀਂ ਬੁਲਾਇਆ ਗਿਆ। ਅਸੀਂ ਇਹ ਨਹੀਂ ਕਹਿੰਦੇ ਕਿ ਕਾਂਗਰਸ ਏਜੰਸੀਆਂ ਦਾ ਮਿਸਯੂਜ਼ ਨਹੀਂ ਕਰਦੀ ਸੀ, ਕਾਂਗਰਸ ਨੇ ਇਹ ਰੀਤ ਤੋਰੀ ਆ। ਕਾਂਗਰਸ ਨੇ ਏਜੰਸੀਆਂ ਦਾ ਬਹੁਤ ਵੱਡੇ ਪੱਧਰ ਤੇ ਮਿਸਯੂਜ਼ ਕੀਤਾ ਇਸ ਦੇਸ਼ ਦੇ ਉੱਤੇ। ਪਰ ਜੋ ਮੌਜੂਦਾ ਹਾਲਾਤ ਨੇ ਉਹਨਾਂ ਦੇ ਅੰਦਰ ਗੱਲ ਹੋ ਰਹੀ ਹੈ। ਮੌਜੂਦਾ ਹਾਲਾਤਾਂ ਦੇ ਅੰਦਰ ਰਾਹੁਲ ਗਾਂਧੀ ਨੇ ਇਹ ਕਿਹਾ, ਔਰ ਇਹ ਕਿਹਾ ਕਿ ਤੁਹਾਨੂੰ ਕਾਂਗਰਸੀ ਦਿਖਦੇ ਨੇ, ਈਡੀ ਦਾ ਦਫ਼ਤਰ ਕੋਈ ਬੀਜੇਪੀ ਦਾ ਦਫ਼ਤਰ ਬਣ ਚੁੱਕਿਆ ਹੈਗਾ। ਇੱਥੋਂ ਤੱਕ ਉਹਨਾਂ ਨੇ ਈਡੀ ਨੂੰ ਕਿਹਾ ਕਿ ਈਡੀ ਹੈ ਜਿਹੜੀ, ਉਹ ਜੋ ਮੈਥੋਂ ਜਾਣਨਾ ਚਾਹੁੰਦੀ ਹੈ, ਉਹ 'ਚ ਜਾਣਨ ਵਾਲੀ ਗੱਲ ਕਿਹੜੀ ਹੈ? ਅਸੀਂ ਕੋਰਟ 'ਚ ਸਾਰੇ ਐਵੀਡੈਂਸ ਦੇ ਚੁੱਕੇ ਹਾਂਗੇ, ਅਦਾਲਤ ਦੇ ਉੱਤੇ ਅਸੀਂ ਸਾਰੇ ਐਵੀਡੈਂਸ ਰੱਖੇ ਨੇ। ਔਰ ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਹੜਾ ਇਹੋ ਜਿਹਾ ਅਕਾਊਂਟ ਹੈ ਜਿਹੜਾ ਈਡੀ ਨੂੰ ਪਤਾ ਨਾ ਹੋਵੇ। ਕੋਈ ਇਹੋ ਜਿਹੀ ਗੱਲ ਹੈ ਜਿਹੜੀ ਤੁਹਾਨੂੰ ਨਾ ਪਤਾ ਹੋਵੇ? ਹੋ ਹੀ ਨਹੀਂ ਸਕਦਾ। ਐਡੀ ਵੱਡੀ ਏਜੰਸੀ ਨੂੰ ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਮੈਥੋਂ ਪੁੱਛਣ ਲਈ ਬੁਲਾਇਆ? ਮੈਨੂੰ ਹਰਾਸ ਕਰਨ ਲਈ। ਇਲੈਕਸ਼ਨਾਂ ਆ ਰਹੀਆਂ ਨੇ, ਗੁਜਰਾਤ ਦੀਆਂ ਇਲੈਕਸ਼ਨਾਂ ਨੇ, ਹਿਮਾਚਲ ਦੀਆਂ ਇਲੈਕਸ਼ਨਾਂ ਨੇ, ਅੱਗੇ ਫਿਰ ਰਾਜਸਥਾਨ ਦੀਆਂ ਇਲੈਕਸ਼ਨਾਂ ਨੇ, ਹਰਿਆਣੇ ਦੀਆਂ ਇਲੈਕਸ਼ਨਾਂ ਨੇ। ਉਹ ਮਾਹੌਲ ਕ੍ਰੀਏਟ ਕਰਨ ਦੇ ਲਈ ਮੈਂ ਵਾਰ-ਵਾਰ ਕਹਿ ਰਿਹਾ, ਗਾਂਧੀ ਪਰਿਵਾਰ ਦੋਸ਼ੀ ਆ ਜਾਂ ਨਹੀਂ, ਅਦਾਲਤ ਨੇ ਤੈਅ ਕਰਨਾ ਗਾ। ਗਾਂਧੀ ਪਰਿਵਾਰ ਦੋਸ਼ੀ ਹੋ ਸਕਦਾ ਗਾ, ਪਰ ਸਵਾਲ ਹੈ ਕਿ ਏਜੰਸੀਆਂ ਦੀ ਤੇ ਮੀਡੀਆ ਦੀ ਪੋਲਿਟਿਕਸ ਕੀ ਹੈਗੀ, ਉਹਦੇ 'ਚ ਕਿਵੇਂ ਜਿਹੜੀਆਂ ਗੱਲਾਂ ਉੱਥੇ ਬੋਲੀਆਂ ਜਾ ਰਹੀਆਂ ਨੇ, ਉਹ ਮੀਡੀਆ ਹਾਊਸ ਇੱਕ 'ਚ ਵੀ ਰਿਪੋਰਟ ਨਹੀਂ ਹੁੰਦੀਆਂ। ਨੈਸ਼ਨਲ ਮੀਡੀਆ ਦੀ ਗੱਲ ਕਰ ਰਿਹਾ ਮੈਂ, ਜਿਹੜੇ ਵੱਡੇ ਅਦਾਰੇ ਨੇ ਇਸ ਦੇਸ਼ ਦੇ, ਨੈਸ਼ਨਲ ਮੀਡੀਆ, ਜਿਹੜੇ ਜੈਂਟ ਨੇ, ਜਿਹੜੇ ਕਹਿੰਦੇ ਹੈਗੇ ਕਿ ਅਸੀਂ ਲੋਕਤੰਤਰ ਦਾ ਚੌਥਾ ਥੰਮ ਆ। ਜਿਹੜੇ ਛੋਟੇ-ਛੋਟੇ ਅਦਾਰੇ ਆ ਉਹ ਤਾਂ ਆਪਣੇ ਤਰੀਕੇ ਨਾਲ ਆਪਣੀ ਗੱਲ, ਜਿਹੜੇ ਵੱਡੇ ਅਦਾਰੇ ਨੇ ਉਹ ਕੀ ਕਰ ਰਹੇ ਨੇਗੇ? ਉਹਨਾਂ ਨੇ ਉਹ ਇੱਕ ਵੀ ਗੱਲ ਰਿਪੋਰਟ ਨਹੀਂ ਕੀਤੀ। ਜਨਰਲੀ ਇਹ ਚੱਲਿਆ ਕਿ ਰਾਹੁਲ ਗਾਂਧੀ ਅੱਗੇ ਲਾ ਦਿੱਤੀ ਗਈ ਸਵਾਲਾਂ ਦੀ ਝੜੀ। ਪ੍ਰੋਟੈਸਟ ਤਾਂ ਜ਼ਰੂਰ ਕਵਰ ਕੀਤਾ, ਜਿਸ ਤਰੀਕੇ ਨਾਲ ਪ੍ਰੋਟੈਸਟ ਤਾਂ ਕਵਰ ਕੀਤਾ। ਉਹ ਪ੍ਰੋਟੈਸਟ ਨਹੀਂ ਕਰਨੇ ਤਾਂ ਮਜਬੂਰੀ ਵੀ ਆ, ਪ੍ਰੋਟੈਸਟ ਤਾਂ ਕਵਰ ਕਰਨਾ ਹੀ ਪੈਣਾ ਮੀਡੀਆ ਨੂੰ। ਪ੍ਰੋਟੈਸਟ ਤਾਂ ਜਦੋਂ ਸਾਹਮਣੇ ਹੋ ਰਿਹਾਗਾ ਉੱਥੇ, ਕਿੰਨਾ ਕੁ ਤੁਸੀਂ ਉਹਨੂੰ ਅਵੋਇਡ ਕਰ ਸਕਦੇ ਹੋਗੇ? ਪਰ ਸਵਾਲ ਇਹ ਹੈ ਕਿ ਜੋ ਉੱਥੇ ਰਾਹੁਲ ਗਾਂਧੀ ਨੇ ਈਡੀ ਨੂੰ ਕਿਹਾ, ਈਡੀ ਦੇ ਨਾਲ ਜਿਸ ਤਿੱਖੇ ਤਰੀਕੇ ਦੇ ਨਾਲ ਰਾਹੁਲ ਗਾਂਧੀ ਵੈਸੇ ਨੇ, ਉਹ ਕਹਿੰਦੇ ਸ਼ੁਰੂ ਜਾਣ ਤੋਂ ਲੈ ਕੇ ਐਂਡ ਤੱਕ ਰਾਹੁਲ ਗਾਂਧੀ ਨੇ ਪਰਵਾਹ ਹੀ ਨਹੀਂ ਕੀਤੀ ਕਿਸੇ ਗੱਲ ਦੀ। ਕਿਹਾ ਕਿ ਠੀਕ ਹੈ ਤੁਸੀਂ ਏਜੰਸੀ ਪੁੱਛੋ। ਉਹਨਾਂ ਨੇ ਕਿਹਾ, ਈਡੀ ਨੇ ਵਾਰ-ਵਾਰ ਇੱਕ ਗੱਲ ਜ਼ਰੂਰ ਕਹੀ ਕਿ ਜੀ ਸਾਨੂੰ ਸਵਾਲਾਂ ਦੇ ਜਵਾਬ ਚਾਹੀਦੇ। ਇਹ ਕੋਈ ਸਵਾਲ ਦਾ ਜਵਾਬ ਨਹੀਂ ਕਿ ਜੀ ਤੁਸੀਂ ਬੀਜੇਪੀ ਦੇ ਹੋ, ਤੁਸੀਂ ਤੁਹਾਨੂੰ ਸਰਕਾਰ ਹੈ, ਅਸੀਂ ਇੱਕ ਇਨਵੈਸਟੀਗੇਸ਼ਨ ਏਜੰਸੀ ਹਾਂ, ਸਾਨੂੰ ਸਵਾਲਾਂ ਦੇ ਜਵਾਬ ਚਾਹੀਦੇ ਨੇ। ਪਰ ਰਾਹੁਲ ਗਾਂਧੀ ਨੇ ਕਿਹਾ ਕਿ ਜਵਾਬ ਤੁਹਾਡੇ ਕੋਲ ਕਿਹੜੇ ਨਹੀਂ ਹੈਗੇ, ਤੁਹਾਡੀ ਸਰਕਾਰ ਦੇ ਮੰਤਰੀ ਸਾਰਾ ਕੁਝ ਤਾਂ ਸਾਡੇ ਬਾਰੇ ਸਬੂਤ ਦੇ ਰਹੇ ਨੇ। ਉਹ ਸਬੂਤ ਲੈ ਲਓ। ਪ੍ਰੈਸ ਕਾਨਫਰੰਸ ਹੋ ਰਹੀ ਹੈ, ਉਹ ਸਬੂਤ ਇੱਥੇ ਰੱਖ ਲਓ। ਕੀ ਲੋੜ ਆ ਕਿ ਮੇਰੇ ਤੋਂ ਸਬੂਤ ਲੈਣ ਤੋਂ? ਕੋਈ ਲੋੜ ਨਹੀਂ, ਜਦੋਂ ਸਾਰੇ ਸਬੂਤ ਤੁਹਾਡੇ ਕੋਲ ਨੇ। ਕਹਿੰਦੇ ਇਹ ਵੀ ਕਿਹਾ ਗਿਆ ਜਦੋਂ ਰਾਤ ਹੋ ਗਈ ਸੀ, 9 ਵਜ ਗਏ ਸੀਗੇ, ਤਾਂ ਉਹ ਵੀ ਪੁੱਛਿਆ ਕਿ ਹੋਰ ਵੀ ਕੋਈ ਸਵਾਲ ਨੇ ਜਾਂ ਫਿਰ ਇਹ ਇਦਾਂ ਚੱਲਦੀ ਰਹੂਗੀ ਪੂਰੀ ਇਨਵੈਸਟੀਗੇਸ਼ਨ? ਪੂਰੀ ਇਨਵੈਸਟੀਗੇਸ਼ਨ ਚੱਲਦੀ ਹੋਈ ਤਾਂ ਉਹਨਾਂ ਨੇ ਕਿਹਾ ਕਿ ਹਾਂ ਤੁਹਾਨੂੰ ਕੱਲ ਬੁਲਾ ਰਹੇ ਆਂਗੇ, ਅੱਜ ਫਿਰ ਉਹਨਾਂ ਨੂੰ ਬੁਲਾਇਆ ਗਿਆ। ਪਰ ਸਵਾਲ ਇਹ ਨਹੀਂ ਹੈ, ਸਵਾਲ ਉਹੀ ਹੈਗਾ ਕਿ ਬੀਜੇਪੀ ਐਮਰਜੈਂਸੀ ਦੇ ਦੌਰ 'ਚ ਇਹ ਕਹਿੰਦੀ ਸੀਗੀ ਕਿ ਇਹ ਕਾਲੇ ਦਿਨ ਨੇ, ਇਹ ਭਾਰਤੀ ਇਤਿਹਾਸ ਦੇ ਕਾਲੇ ਦਿਨ ਨੇ, ਤੇ ਐਮਰਜੈਂਸੀ ਖਿਲਾਫ ਵਿੱਚ ਕੋਈ ਦੋ ਰਾਏ ਨਹੀਂ। ਸਭ ਤੋਂ ਪਹਿਲੀ ਲੜਾਈ ਜਨਸੰਘ ਨੇ ਸ਼ੁਰੂ ਕੀਤੀ ਹੈਗੀ, ਅਕਾਲੀ ਦਲ ਨੇ ਸ਼ੁਰੂ ਕੀਤੀ ਹੈਗੀ, ਤੇ ਉਹੀ ਕਾਲੇ ਦਿਨ ਜਿਨ੍ਹਾਂ ਨੂੰ ਯਾਦ ਕਰਦੇ ਸੀਗੇ। ਜੇ ਆਪਾਂ ਕਹੀਏ ਕਿ ਜਿੰਨੀਆਂ ਗੱਲਾਂ ਦੀ ਤੁਸੀਂ ਆਲੋਚਨਾ ਕਰਦੇ ਰਹੇ ਹੋ ਬਹੁਤ ਤਿੱਖੀ, ਵੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਸੀਬੀਆਈ ਨਾ ਗਵਰਨਮੈਂਟ ਦੇ ਤੋਤਾ ਗਾ ਪਿੰਜਰੇ 'ਚ ਪਾਇਆ ਹੋਇਆ, ਉਹ ਸਾਰੀਆਂ ਗੱਲਾਂ ਕੌਣ ਕਹਿੰਦੇ ਰਹੇ ਨੇ? ਨਰਿੰਦਰ ਮੋਦੀ ਕਹਿੰਦੇ ਰਹੇ ਨੇ। ਐਮਰਜੈਂਸੀ ਖਿਲਾਫ ਕੌਣ ਲੜਦੇ ਰਹੇ ਨੇ? ਸਿੱਖ ਸਰਦਾਰ ਬਣ ਕੇ, ਪੱਗ ਬੰਨ ਕੇ ਨਰਿੰਦਰ ਮੋਦੀ ਲੜਦੇ ਰਹੇ ਨੇ, ਅੰਡਰਗਰਾਉਂਡ ਹੋਏ, ਸੁਬਰਾਮਨਿਆ ਸਵਾਮੀ, ਕਿੰਨੇ ਲੋਕ, ਸਾਰੇ ਜਨਤਾ ਦਲ ਤੇ ਬੀਜੇਪੀ ਦੇ ਲੋਕ, ਜਨਸੰਘ ਦੇ ਲੋਕ। ਪਰ ਬੀਜੇਪੀ ਤਾਂ ਉਦੋਂ ਬਣੀ ਨਹੀਂ ਸੀਗੀ, ਬੀਜੇਪੀ ਤਾਂ ਬਾਅਦ ਚੋਂ ਬਣਦੀ 80 ਤੋਂ ਬਾਅਦ, ਜਨਸੰਘ ਉਦੋਂ ਹੋਂਦ 'ਚ ਆਇਆ ਸੀਗਾ। ਤਾਂ ਗੱਲ ਇਹ ਹੈ ਕਿ ਜਿਹੜੇ ਲੋਕ ਜਿਹੜੀਆਂ ਗੱਲਾਂ ਤੇ ਲੜਦੇ ਰਹੇ, ਇਸ ਦੇਸ਼ ਦੀ ਤਰਾਸਦੀ ਇਹ ਹੋਊਗੀ ਕਿ ਜਦੋਂ ਤੁਸੀਂ ਆਪੋਜੀਸ਼ਨ 'ਚੋਂ ਕੁਛ ਮਰਜ਼ੀ ਕਹੋ, ਜਦੋਂ ਤੁਸੀਂ ਸੱਤਾ 'ਚ ਆ ਗਏ ਤੁਸੀਂ ਬਿਲਕੁਲ ਬਦਲ ਗਏ, ਜੋ ਤੁਸੀਂ ਫਿਰ ਆਪੋਜੀਸ਼ਨ ਚਲੇ ਗਏ ਫਿਰ ਸੇਮ ਤਰ੍ਹਾਂ ਦੀਆਂ ਗੱਲਾਂ ਕਰਨਾ ਸ਼ੁਰੂ ਕਰ ਦਿੰਦੇ ਹੋ। ਐਂ ਕਾਂਗਰਸ ਕਰਦੀ ਹੈ, ਬੀਜੇਪੀ ਕਰਦੀ ਹੈ। ਫਿਰ ਤੁਹਾਡੇ ਮੋਰਲ ਗਰਾਊਂਡ ਕਿੱਥੇ ਆ ਗਿਆ, ਤੁਹਾਡੀ ਮੋਰਲ ਪੋਲਿਟਿਕਸ ਕਿੱਥੇ ਆ ਕਿ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਜਦੋਂ ਸੱਤਾ 'ਚ ਆ ਜਾਂਦੇ ਹੋ ਤਾਂ ਬਿਲਕੁਲ ਹੀ ਪਲਟ ਜਾਂਦੇ। ਥੋੜਾ ਬਹੁਤਾ ਤਾਂ ਆਮ ਆਦਮੀ ਪਾਰਟੀ ਦੇ ਵੀ ਖੜੇ ਹੁੰਦੇ ਨੇ। ਪੰਜਾਬ ਦੇ ਅੰਦਰ ਵੀ
ਆਮ ਆਦਮੀ ਪਾਰਟੀ ਨੇ ਚਾਹੇ ਬੱਗੇ ਵਾਲਾ ਮਸਲਾ ਚਾਹੇ ਹੋਰ ਮਸਲੇ ਨੇ, ਇਹਨਾਂ ਦੇ ਅੰਦਰ ਆਮ ਆਦਮੀ ਪਾਰਟੀ ਤੇ ਬਹੁਤ ਵੱਡੇ ਪੱਧਰ ਤੇ ਸਵਾਲ ਖੜੇ ਹੋਏ ਨੇ ਕਿ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਗੱਲਾਂ ਨੂੰ ਡੀਲ ਕਰਨਾ ਸੀ, ਉਹ 'ਚ ਵੀ ਇਹੀ ਕਿਹਾ ਗਿਆ ਕਿ ਇਹ ਨਹੀਂ ਕਿ ਬੱਗੇ ਤੇ ਕੇਸ ਨਹੀਂ ਹੋ ਸਕਦਾ ਜਾਂ ਕ੍ਰਿਮੀਨਲ ਪ੍ਰੋਸੀਜਰ ਆ ਜਿਹੜਾ ਉਹ ਤਾਂ ਕਨਸਟੀਟਿਊਸ਼ਨ ਦੇ ਮੁਤਾਬਕ ਹੈਗਾ, ਪਰ ਉਹਦਾ ਤਰੀਕਾ ਕੀ ਹੈਗਾ, ਸਵਾਲ ਤਰੀਕੇ ਤੇ ਉੱਠਦੇ ਆ। ਕਿਸੇ ਵੀ ਚੀਜ਼ ਦਾ ਗਲਤ ਪ੍ਰਯੋਗ। ਹਾਂ, ਤਰੀਕਾ ਈਡੀ ਵੀ ਇਨਵੈਸਟੀਗੇਸ਼ਨ ਕਰ ਸਕਦੀ ਹੈ, ਇਹ ਨਹੀਂ ਕਿ ਈਡੀ ਨਾ ਕਰੇ, ਉਹਨਾਂ ਦੀ ਬਥੇਰੀ ਹੋਈ ਇਨਵੈਸਟੀਗੇਸ਼ਨ, ਇਹ ਨਹੀਂ ਕਿ ਈਡੀ। ਸਵਾਲ ਹੈ ਕਿ ਈਡੀ ਨੂੰ ਮਿਸਯੂਜ਼ ਕਰਨਾ, ਪੰਜਾਬ ਪੁਲਿਸ ਨੂੰ ਮਿਸਯੂਜ਼ ਕਰਨਾ, ਇਹੀ ਇਲਜ਼ਾਮ ਇਹਨਾਂ ਤੇ ਲੱਗੇ। ਤਾਂ ਇਹ ਗੱਲਾਂ ਸਭ ਤੋਂ ਵੱਡੇ ਪੱਧਰ ਦੇ ਉੱਤੇ ਸਵਾਲ ਖੜੇ ਕਰਦੀਆਂ। ਜਦੋਂ ਇਹ ਸਵਾਲ ਖੜੇ ਹੁੰਦੇ ਆ ਤਾਂ ਫਿਰ ਇਹਨਾਂ ਦਾ ਕੋਈ ਜਵਾਬ ਬਣਦਾ ਡੈਮੋਕ੍ਰੇਸੀ ਅੰਦਰ, ਪਰ ਇਹ ਗੱਲਾਂ ਉੱਥੇ ਰੁਕ ਜਾਂਦੀਆਂ। ਪਰ ਤੁਹਾਨੂੰ ਲੱਗਦਾ ਕਿ ਹੁਣ ਇਹ ਲਾਸਟ ਵਿਕਲਪ ਇਹੀ ਸਰਕਾਰਾਂ ਕੋਲ ਬਚਿਆ ਹੈ ਕਿ ਈਡੀ ਦਾ ਹੀ ਪ੍ਰਯੋਗ ਕਰ ਲਿੱਤਾ ਜਾਵੇ ਔਰ ਬਾਂਹ ਇਸੇ ਤਰੀਕੇ ਨਾਲ ਮਰੋੜ ਦਿੱਤੀ ਜਾਵੇ? ਮੈਨੂੰ ਲੱਗਦਾ ਜੋ ਚੱਲ ਰਿਹਾ ਅਸਲ 'ਚ ਹੁੰਦਾ ਕੀ ਹੈ, ਚਾਹੇ ਕੋਈ ਵੀ ਚੀਜ਼ ਆ, ਜਿਹੜਾ ਫਾਰਮੈਟ ਬਣਿਆ ਹੁੰਦਾ ਨਾ, ਸਾਰੇ ਲੋਕ ਉਹ ਫਾਰਮੈਟ 'ਚ ਹੀ ਚੱਲਦੇ ਨੇ। ਫਾਰਮੈਟ ਨੂੰ ਚੈਲੰਜ ਕਰਨਾ ਔਖਾ ਵੀ ਹੁੰਦਾ, ਪਰ ਜਿਹੜੇ ਲੋਕ ਫਾਰਮੈਟ ਨੂੰ ਚੈਲੰਜ ਕਰਦੇ ਨੇ, ਕਿਸੇ ਵੀ ਫਾਰਮੈਟ, ਜ਼ਿੰਦਗੀ ਦੀ ਗੱਲ ਕਰਦਾ, ਮੀਡੀਆ ਦੀ ਗੱਲ ਕਰਦਾ, ਕਲਾ ਦੀ ਗੱਲ ਕਰਦਾ, ਸੱਭਿਆਚਾਰ ਦੀ ਗੱਲ ਕਰ ਲਓ, ਪੋਲਿਟਿਕਸ ਦੀ ਗੱਲ ਕਰ ਲਓ, ਧਰਮ ਦੀ ਗੱਲ ਕਰ ਲਓ, ਕਿਸੇ ਵੀ ਚੀਜ਼ ਦੀ, ਬਣੇ ਬਣਾਏ ਫਾਰਮੈਟ ਚੀਜ਼ਾਂ ਚੱਲ ਰਹੀਆਂ ਨੇ। ਫਾਰਮੈਟ ਨੂੰ ਚੈਲੰਜ ਕਰਕੇ ਫਾਰਮੈਟ ਨੂੰ ਤੋੜ ਕੇ ਨਵਾਂ ਫਾਰਮੈਟ ਖੜਾ ਕਰਨਾ, ਇਹ ਬਹੁਤ ਔਖੀ ਗੱਲ ਹੁੰਦੀ ਹੈ, ਬਹੁਤ ਸੌਖੀ ਗੱਲ ਨਹੀਂ ਹੁੰਦੀ। ਤਾਂ ਉਸ ਫਾਰਮੈਟ ਦੇ ਉੱਤੇ ਜੇ ਤਾਂ ਕਿਸੇ ਤਾਕਤ ਹੋਊ, ਜਿਹੜਾ ਵਿਜ਼ਨਰੀ ਲੀਡਰ ਹੋਊਗਾ, ਉਹ ਕੱਢ ਕੇ ਵੀ ਲੈ ਜਾਊਗਾ, ਉਹ ਕੋਈ ਇਸ ਤਰ੍ਹਾਂ ਦਾ ਨਵਾਂ ਵੀ ਗੱਲ ਰਚ ਦੂਗਾ ਜਿਹੜੀ ਗੱਲ ਨੂੰ ਦੁਨੀਆ ਕਹੂਗੀ ਕਿ ਯਾਰ ਕਮਾਲ ਕਰਤੀ ਹੈ ਬੰਦੇ। ਜਿਹੜੀਆਂ ਤਾੜੀਆਂ ਵੱਜਦੀਆਂ ਨੇ ਦੁਨੀਆ ਦੇ, ਉਹ ਫਾਰਮੈਟ 'ਚ ਫਸੇ ਲੋਕਾਂ ਤੇ ਨਹੀਂ ਵੱਜਦੀਆਂ। ਫਾਰਮੈਟ ਤਾਂ ਸਾਰੀ ਦੁਨੀਆ ਫਸੀ ਹੋਈ ਹੈ। ਜਿਹੜਾ ਬੰਦਾ ਉਹ ਫਾਰਮੈਟ 'ਚੋਂ ਤੋੜ ਕੇ ਅਲੱਗ ਤਰ੍ਹਾਂ ਦੀ ਗਾਇਕੀ ਕਰਦਾ, ਅਲੱਗ ਤਰ੍ਹਾਂ ਦੀ ਪੋਲਿਟਿਕਸ ਕਰਦਾ, ਅਲੱਗ ਤਰ੍ਹਾਂ ਦੀ ਜਰਨਲਿਜ਼ਮ, ਕੁਝ ਵੀ ਅਲੱਗ ਕਰਦਾ ਹੈਗਾ, ਉਸੇ ਨੂੰ ਦੁਨੀਆ ਕਹਿੰਦੀ ਹੈ ਯਾਰ ਆਹ ਗੱਲ ਬੜੀ ਕਮਾਲ। ਤੁਹਾਡੇ ਧਿਆਨ 'ਚ ਹੈ ਕੋਈ ਇਹੋ ਜਿਹਾ ਲੀਡਰ ਜਿਹਨੇ ਫਾਰਮੈਟ ਤੋਂ ਹਟ ਕੇ ਕੁਝ ਇਹੋ ਜਿਹੀ ਚੀਜ਼ ਨੂੰ ਤੋੜਿਆ ਹੋਵੇ, ਕੀਤਾ ਹੋਵੇ ਔਰ ਐਗਜ਼ਾਮਪਲ ਸੈੱਟ ਕੀਤੀ ਹੋਵੇ, ਜਾਂ ਤੁਹਾਨੂੰ ਲੱਗਦਾ ਕਿ ਕੋਈ ਕਰ ਸਕਦਾ? ਤੁਸੀਂ ਸਾਮ ਦੇ ਅੰਦਰ ਸਟੂਡੈਂਟ ਪੋਲਿਟਿਕਸ 'ਚ ਐਕਸਪੈਰੀਮੈਂਟ ਹੋਇਆ ਜਦੋਂ ਕਿੰਨੇ ਸਾਲਾਂ ਪਹਿਲਾਂ, 25-30 ਸਾਲ ਪਹਿਲਾਂ, ਹਨਾ। ਇਸੇ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਵੀ ਉਸੇ 'ਚੋਂ ਨਿਕਲੀ ਹੈਗੀ। ਆਮ ਆਦਮੀ ਪਾਰਟੀ ਜਦੋਂ ਆਈ ਹੈ ਤਾਂ ਕਿੰਨਾ ਕ੍ਰਾਂਤੀਕਾਰੀ ਸਾਰਾ ਉਹਦਾ ਤਰੀਕਾ ਸੀਗਾ। ਮਤਲਬ ਜੇ ਮੈਂ ਕਹਾਂ ਕਿ ਕਾਂਗਰਸ ਦੇ ਖਿਲਾਫ ਵੀ ਇੱਕ ਰਾਜਨੀਤੀ ਖੜੀ ਕਰਨਾ, ਚਾਹੇ ਜਨਸੰਘ ਦੀ ਕੋਈ ਵਿਚਾਰਧਾਰਾ ਨਾਲ ਸਹਿਮਤ ਨਾ ਹੋਵੇ, ਆਰਐਸਐਸ ਦੀ ਕੋਈ ਵਿਚਾਰਧਾਰਾ ਨਾਲ ਸਹਿਮਤ ਨਾ ਹੋਵੇ, ਪਰ ਉਹਨਾਂ ਨੇ ਵੀ ਇੱਕ ਦੌਰ ਦੇ ਅੰਦਰ ਸਵਦੇਸ਼ੀ ਦੇ ਸਵਾਲ, ਹਰ ਸਵਾਲ ਨੂੰ ਇੰਡੀਅਨ ਤਰੀਕੇ ਦੇ ਨਾਲ ਕਿਵੇਂ ਇੱਥੋਂ ਦੀ ਮਿੱਟੀ ਦੇ ਨਾਲ ਲਾ ਕੇ ਬਹੁਤ ਸਾਰੀਆਂ ਚੀਜ਼ਾਂ ਖੜੀਆਂ ਕੀਤੀਆਂ। ਉਹਨਾਂ ਨਾਲ ਸਹਿਮਤੀ ਹੋ ਸਕਦੀ ਹੈ ਕਿਸੇ ਵੀ ਵਿਚਾਰਧਾਰਾ ਦੀ। ਵਿਚਾਰਧਾਰਾ ਤਾਂ ਹੈ ਕਿ ਲੈਫਟ ਵਾਲੇ ਨੂੰ ਰਾਈਟ ਵਾਲੇ ਨਹੀਂ ਵਧੀਆ ਲੱਗਦੇ, ਰਾਈਟ ਵਾਲੇ ਨੂੰ ਲੈਫਟ ਵਾਲੇ ਨਹੀਂ ਵਧੀਆ ਲੱਗਦੇ, ਲੈਫਟ ਵਾਲੇ ਨੂੰ ਸੈਂਟਰ ਵਾਲੇ ਨਹੀਂ ਵਧੀਆ ਲੱਗਦੇ, ਸੈਂਟਰ ਵਾਲੇ ਨੂੰ ਰਾਈਟ ਵਾਲੇ ਨਹੀਂ ਵਧੀਆ ਲੱਗਦੇ, ਰਾਈਟ ਵਾਲੇ ਨੂੰ ਸੈਂਟਰ ਵਾਲੇ। ਇਹ ਤਾਂ ਅਲੱਗ ਮਸਲਾ ਹੈਗਾ ਹਨਾ। ਹਰ ਧਰਮਾਂ ਦੀ ਕੰਟਰਡਿਕਸ਼ਨ ਹੈ, ਕਿਸੇ ਧਰਮ ਦੇ ਦੂਜੇ ਧਰਮ ਦੇ ਨੂੰ ਲੱਗਦਾ ਕਿ ਨਹੀਂ ਉਹਨਾਂ 'ਚ ਆਹ ਠੀਕ ਨਹੀਂ, ਆਹ ਠੀਕ ਨਹੀਂ। ਪਰ ਮੈਂ ਟੋਟੈਲਿਟੀ 'ਚ ਗੱਲ ਕਰਦਾਗਾ ਹਨਾ। ਸਹਿਮਤੀ ਅਲੱਗ ਗੱਲ ਹੋ ਸਕਦੀ ਹੈ, ਪਰ ਇੱਥੇ ਐਕਸਪੈਰੀਮੈਂਟ ਹੋਏ ਨੇ, ਇੱਥੇ ਵਿਅਕਤੀਆਂ ਨੇ ਵੀ ਕੀਤੇ ਨੇ, ਸੰਸਥਾਵਾਂ ਨੇ ਵੀ ਕੀਤੇ ਨੇ। ਅੱਛਾ, ਅੱਜ ਰਾਜਨੀਤੀ ਡੀਕੋਡ ਦੇ ਵਿੱਚ ਈਡੀ ਦਾ ਮਸਲਾ ਜਿਹੜਾ ਆਪਾਂ ਵਿਚਾਰ ਰਹੇ ਹਾਂ, ਵਿਚਾਰਨ ਦਾ ਮੇਨ ਕਾਰਨ ਪੰਜਾਬ ਵੀ ਹੈ। ਪੰਜਾਬ ਵਾਲੇ ਐਂਗਲ ਨੂੰ ਵੀ ਆਪਾਂ ਨਾਲ ਲੈ ਕੇ ਦੇਖਦੇ ਹਾਂ। ਔਰ ਪੰਜਾਬ ਦੇ ਵਿੱਚ ਕੱਲ ਈਡੀ ਦਫ਼ਤਰ ਦੇ ਬਾਹਰ ਜਲੰਧਰ ਦੇ ਵਿੱਚ ਵੀ ਜਿੱਥੇ ਪ੍ਰੋਟੈਸਟ ਹੋਇਆ, ਉੱਥੇ ਸੁਖਪਾਲ ਖਹਿਰਾ ਦੀ ਸਟੇਟਮੈਂਟ ਦੇ ਵੀ ਚਰਚਾ ਕਰਨੀ ਬਣਦੀ ਹੈ। ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਕਰਪਟ ਲੀਡਰ ਨੇ ਉਹਨਾਂ ਨੂੰ ਨਾ ਬਚਾਇਆ ਜਾਵੇ। ਇੱਕ ਪਾਸੇ ਕਾਂਗਰਸ ਇਹ ਵੀ ਕਹਿੰਦੀ ਹੈ ਕਿ ਸਾਧੂ ਸਿੰਘ ਧਰਮਸੋਲਾ ਨੂੰ ਗਲਤ ਫਸਾਇਆ ਗਿਆ ਹੈ। ਪੰਜਾਬ ਦੇ ਵਿੱਚ ਕਈ ਮੰਤਰੀ ਰਡਾਰ ਦੇ ਉੱਤੇ ਵੀ ਨੇ, ਆਮ ਆਦਮੀ ਪਾਰਟੀ ਦੇ ਰਡਾਰ ਦੇ ਉੱਤੇ ਨੇ, ਹਾਲਾਂਕਿ ਈਡੀ ਦੀ ਰਡਾਰ ਤੇ ਨਹੀਂ ਹੈ, ਉਹ ਆਪਣੇ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਕਰਾ ਰਹੇ। ਫਿਰ ਤ੍ਰਿਪਰਿੰਦਰ ਬਾਜਵਾ ਜਾਂ ਫਿਰ ਆਸ਼ੂ ਦਾ ਹੁਣ ਨਾਮ ਆ ਰਿਹਾ ਹੋਵੇ, ਇਹ ਹੁਣ ਕਿਵੇਂ ਤੁਸੀਂ ਈਡੀ ਨਾਲ ਪੈਰਲਲ ਮਤਲਬ ਇਹ ਹੋ ਸਕਦਾ ਪੰਜਾਬ ਦੇ ਅੰਦਰ ਹੋ ਸਕਦਾ ਵੀ ਦੇਖੋ ਜਿਹੜੀ ਗਵਰਨਮੈਂਟ ਆਉਂਦੀ ਆ ਆਪਣੇ ਤਰੀਕੇ ਦੇ ਨਾਲ ਇਲਜ਼ਾਮ ਲੱਗੂਗਾ ਵਿੰਡਿਕਟਿਵ ਆ, ਬਦਲਾਖੋਰੀ ਦੀ ਰਾਜਨੀਤੀ, ਇੱਕ ਪੱਕਾ ਡਾਇਲੋਗ ਹੈ ਰਾਜਨੀਤੀ ਦਾ ਪੋਲੀਟੀਕਲ ਵੈਂਡੇਟਾ। ਹਰ ਉਹ ਬੀਜੇਪੀ ਜਦੋਂ ਮੋਦੀ ਹੋਰਾਂ ਤੋਂ ਪੁੱਛ-ਗਿੱਛ ਉਦੋਂ ਵੀ ਹੋਇਆ, ਜਦੋਂ ਹੁਣ ਹੋ ਰਹੀ ਆ ਕਾਂਗਰਸ ਉਦੋਂ ਹੋ ਰਿਹਾ, ਅਕਾਲੀਆਂ ਤੋਂ ਹੁੰਦੀ ਸੀ, ਅਕਾਲੀ ਕਰਦੇ ਸੀ, ਬਿਕਰਮ ਮਜੀਠੀਆ ਤੋਂ ਹੋ ਰਹੀ ਸੀ, ਤੁਹਾਨੂੰ ਪਤਾ ਹੀ ਹੈ ਨਸ਼ੇ ਵਾਲੇ ਮਾਮਲੇ 'ਚ ਹਨਾ, ਕਾਂਗਰਸ ਤੋਂ ਹੁੰਦੀ ਹੈ, ਕਿਤੇ ਵੀ ਉਹ ਹੁੰਦੀ ਹੈਗੀ। ਵਿੰਡਿਕਟਿਵ ਪੋਲਿਟਿਕਸ ਇੱਕ ਪੱਕਾ ਨਾਰਾ ਕਿ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈਗੀ। ਪਰ ਕੀ ਖਹਿਰਾ ਜੋ ਕਹਿ ਰਹੇ ਨੇ ਉਹਦੇ 'ਚ ਕਿੰਨਾ ਦਮ ਆ? ਖਹਿਰਾ ਨੂੰ ਇਹ ਜ਼ਰੂਰ ਲੱਗਦਾ ਹੋਏਗਾ ਕਿ ਜਿਹੜੇ ਲਾਇਬਿਲਟੀ ਹੈ, ਕਾਂਗਰਸ ਦੇ ਕੁਝ ਲੋਕ ਤਾਂ ਲਾਇਬਿਲਟੀ ਮੰਨੇ ਜਾਂਦੇ ਆ ਨਾ ਕਿ ਲਾਇਬਿਲਟੀ ਨੇ, ਤਾਂ ਤੁਸੀਂ ਕਿਸੇ ਨੂੰ ਕਿੱਥੋਂ ਤੱਕ ਜਾ ਕੇ ਡਿਫੈਂਡ ਕਰ ਲਓਗੇ? ਮੰਨ ਲਓ ਕੋਈ 10 ਦੀ ਚੋਰੀ ਕੀਤੀ ਹੈ, ਤੁਹਾਡੇ 100 ਦੀ ਪਾਤੀ, ਤਾਂ ਕੋਈ ਲੜੂਗਾ ਤੁਹਾਡੇ ਲਈ, ਯਾਰ ਵੀ 10 ਦੀ ਗੱਲ ਸੀ ਤਾਂ 100 ਬਣਾਤੀ। ਜਿਹੜਾ ਬੰਦਾ 1000 ਦੀ ਚੋਰੀ ਕਰੀ ਬੈਠਾ ਹੈਗਾ, ਉਹਦੇ ਲਈ ਤੁਸੀਂ ਕਿੱਥੇ ਤੱਕ ਜਾ ਕੇ ਲੜ ਲਓਗੇ? ਔਰ ਉਹ ਔਨ ਰਿਕਾਰਡ ਪਈ ਹੋਵੇ, ਦਿਖ ਰਹੀ ਹੋਵੇ ਕਿ 1000 ਰੁਪਏ ਦੀ ਚੋਰੀ ਹੋਈ ਹੈਗੀ, ਤਾਂ ਇਹ 'ਚ ਕੋਈ ਦੋ ਰਾਏ ਨਹੀਂ ਕਿ ਕਾਂਗਰਸ 'ਚ ਐਂ ਹੋਇਆ ਹੈਗਾ ਹਨਾ। ਤਾਂ ਖਹਿਰਾ ਨੂੰ ਇਹ ਗੱਲ ਪਤਾ ਅੰਦਰ ਵੀ ਹੈ, ਖਹਿਰਾ ਨੂੰ ਹੀ ਨਹੀਂ ਪਤਾ, ਬਹੁਤ ਸਾਰੇ ਕਾਂਗਰਸੀਆਂ ਨੂੰ ਪਤਾ ਗਾ। ਪਰ ਇਹ ਗੱਲ ਵੱਖਰੀ ਹੈ, ਕਾਂਗਰਸ ਨੂੰ ਇਹ ਪਤਾ ਗਾ ਕਿ ਅਗਰ ਇੱਕ ਨੂੰ ਨਾ ਬਚਾਇਆ ਤਾਂ ਦੂਜੇ ਨੂੰ ਪੈਣਗੇ, ਦੂਜੇ ਨੂੰ ਨਾ ਬੋਲੇ ਤੀਜੇ ਨੂੰ ਪੈਣਗੇ, ਤੀਜੇ ਨੂੰ ਨਾ ਬੋਲੇ ਚੌਥੇ ਨੂੰ ਪੈਣਗੇ। ਇਸੇ ਕਰਕੇ ਉਹ ਭਗਵੰਤ ਮਾਨ ਦੇ ਘਰ ਮੂਹਰੇ ਜਾਂਦੇ ਨੇ। ਹੋਰ ਕਾਹਦੇ ਲਈ ਗਏ ਨੇ ਭਗਵੰਤ ਮਾਨ ਦੇ ਘਰ ਅੱਗੇ? ਉਹ ਇਸ ਲਈ ਕੋਈ ਧਰਮਸੋਤ ਲਈ ਥੋੜੀ ਗਏ ਨੇ, ਉਹ ਆਪਦੇ ਲਈ ਗਏ ਨੇ ਵੀ ਕੱਲ ਨੂੰ ਅਗਰ ਅੱਜ ਧਰਮਸੋਤ ਟਾਰਗੇਟ ਕੀਤਾ ਗਿਆ, ਦੂਜੇ ਦਿਨ ਤ੍ਰਿਪਤਾ, ਤੀਜੇ ਦਿਨ ਆਸ਼ੂ ਆ, ਚੌਥੇ ਦਿਨ ਕੋਈ ਹੋਰ ਹੋ ਸਕਦਾ, ਪੰਜਵੇਂ ਦਿਨ ਕੋਈ ਹੋਰ ਹੋ ਸਕਦਾ। ਤਾਂ ਇਹ ਗੱਲ ਨੂੰ ਹੀ ਇਹ ਤੇ ਔਰ ਤੁਸੀਂ ਪੋਲਿਟਿਕਸ ਵੀ ਐਂ ਖੜੀ ਹੁੰਦੀ ਹੈ ਜਦੋਂ ਤੁਸੀਂ ਸਾਹਸ ਕਰਾਉਂਦੇ ਆਪਦੇ ਵਰਕਰਾਂ ਨੂੰ ਕਿ ਦੇਖੋ ਆ ਪਾਰਟੀ ਆ ਕੇ ਧੱਕਾ ਕਰ ਰਹੀ ਹੈ, ਅਸੀਂ ਤੁਹਾਡੇ ਨਾਲ ਖੜੇ ਹਾਂ।
ਇਹ ਤਾਂ ਕਿਹਾ ਜਾਂਦਾ ਕਿ ਪਿੰਡਾਂ ਦੀਆਂ ਧੜੇਬੰਦੀਆਂ ਇਸ ਕਰਕੇ ਪੈਦਾ ਕੀਤੀਆਂ ਨੇ ਪਾਰਟੀ ਵੱਲੋਂ, ਜਿੰਨੀਆਂ ਤਿੱਖੀਆਂ ਹੋਣਗੀਆਂ ਉਹਨਾਂ ਸਾਡਾ ਵਰਕਰ ਜੁੜਿਆ ਰਹੂ। ਜੇ ਸਾਡੇ ਵਰਕਰ ਨੂੰ ਇਹਨਾਂ ਲੱਗਿਆ ਵੀ ਪਾਰਟੀ ਪਿੱਛੇ ਖੜੀ ਹੈ, ਸਾਡਾ ਵਰਕਰ ਕਿਵੇਂ ਖੜਾ ਸਾਡੇ ਨਾਲ? ਸਾਡਾ ਵਰਕਰ ਤਾਂ ਹੀ ਖੜੋਗਾ ਵੀ ਹਾਂ ਅਕਾਲੀ ਦਲ ਦੀ ਸਰਕਾਰ ਆਊਗੀ ਤਾਂ ਖੜਾ ਰਹੂਗਾ, ਉਹ ਤਾਂ ਲੜਦਾ ਰਹੂਗਾ, ਨਹੀਂ ਤਾਂ ਲੜੂਗਾ ਹੀ ਨਹੀਂ ਉਹ ਪਾਰਟੀ ਲਈ। ਤਾਂ ਇਸ ਕਰਕੇ ਇਹ ਸਾਰੀਆਂ ਗੱਲਾਂ ਖਹਿਰਾ ਹੋਰਾਂ ਨੂੰ ਵੀ ਪਤਾ, ਕਾਂਗਰਸੀਆਂ ਨੂੰ ਵੀ ਪਤਾ, ਸਿਸਟਮ ਨੂੰ ਵੀ ਪਤਾ ਕਿਨੇ ਕਿਵੇਂ ਗੜਬੜਾਂ ਕੀਤੀਆਂ ਨੇ, ਉਹਨਾਂ ਦੇ ਬੇਨਕਾਬ ਹੋਏਗਾ। ਪਰ ਇਹਦੇ 'ਚ ਕੋਈ ਦੋ ਰਹਿ ਨਹੀਂ ਆ ਕਿ ਬਦਲਾਖੋਰੀ ਦੇ ਇਲਜ਼ਾਮ ਹਰ ਸਰਕਾਰ ਤੇ ਲੱਗਦੇ, ਉਹ ਆਮ ਆਦਮੀ ਪਾਰਟੀ ਤੇ ਵੀ ਕਾਂਗਰਸ ਲਾ ਰਹੀ ਹੈ। ਔਰ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਵਿੱਚ ਹੁਣ ਜੋ ਐਂਟਰੀਆਂ ਹੋ ਰਹੀਆਂ, ਉੱਥੇ ਵੀ ਈਡੀ ਦਾ ਹੀ ਹਵਾਲਾ ਦਿੱਤਾ ਜਾ ਰਿਹਾ ਹੈ। ਫਿਰ ਉਹ ਭਾਵੇਂ 4 ਸਾਬਕਾ ਮੰਤਰੀ ਕਿਉਂ ਨਾ ਹੋਣ, ਕਿਉਂਕਿ ਸ਼ੌਕ ਜਿਹੜਾ ਹੈ ਉਹ ਕਾਂਗਰਸ ਨੂੰ ਇਸ ਕਰਕੇ ਵੀ ਲੱਗਿਆ ਕਿ ਕੱਲ ਨੂੰ ਤਾਂ ਸਾਡੇ ਨਾਲ ਕੈਂਡਲ ਮਾਰਚ ਕਰ ਰਹੇ ਸੀ, ਅਗਲੇ ਦਿਨ ਪਤਾ ਵੀ ਨਹੀਂ ਚੱਲਿਆ ਕਦੋਂ ਈਡੀ ਦੇ ਰਡਾਰ ਦੇ ਵਿੱਚ ਇਹਨਾਂ ਨੂੰ ਝਾਂਸਾ ਦਿੱਤਾ ਗਿਆ, ਡਰਾਵਾ ਦਿੱਤਾ ਗਿਆ ਔਰ ਇਹ ਭਾਜਪਾ 'ਚ ਸ਼ਾਮਲ ਹੋ ਜਾਂਦੇ ਨੇ। ਇਹ ਤਾਂ ਕਾਂਗਰਸ ਦਾ ਕ੍ਰਾਈਸਿਸ ਤਾਂ ਹੈ। ਮੈਂ ਓਵਰਆਲ ਵੀ ਕਾਂਗਰਸ ਤੇ ਗੱਲ ਕਰਨੀ ਚਾਹੁੰਦਾ। ਸਭ ਤੋਂ ਵੱਡੀ ਗੱਲ ਇਹੀ ਹੈ ਕਿ ਰਾਹੁਲ ਗਾਂਧੀ, ਇਹ ਨਾਰਿਆਂ ਦੀ ਪੋਲਿਟਿਕਸ ਆ ਕਿ ਮੈਂ ਸਾਵਰਕਰ ਨਹੀਂ ਆ, ਮੈਂ ਰਾਹੁਲ ਗਾਂਧੀ ਆਗਾ, ਵੀ ਮਾਫੀ ਮੰਗ ਲੂੰਗਾ, ਹਨਾ। ਸਵਾਲ ਕੱਲੇ ਨਾਰਿਆਂ ਤੇ ਸਟੇਟਮੈਂਟਾਂ ਦੀ ਰਾਜਨੀਤੀ ਦਾ ਨਹੀਂ ਆ, ਗਰਾਊਂਡ ਦੇ ਉੱਤੇ ਰਾਜਨੀਤੀ ਖੜੀ ਕਰਨ ਜੋਗੀ ਕਾਂਗਰਸ ਹੈਗੀ ਹੈ। ਕੀ ਕਾਂਗਰਸ 2024 ਦੇ ਅੰਦਰ ਇਹ ਚੈਲੰਜ ਕਰ ਸਕਦੀ ਹੈ ਬੀਜੇਪੀ ਨੂੰ? ਉਹੀ ਸਵਾਲ ਹੈ, ਉਹ ਹਾਲਾਤ ਨਜ਼ਰ ਨਹੀਂ ਆਉਂਦੇ। ਔਰ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਜੇ 2024 ਚ ਕਾਂਗਰਸ ਹਾਰਦੀ ਹੈ ਦਿੱਲੀ ਦੇ ਅੰਦਰ, ਤਾਂ ਪੰਜਾਬ ਕਾਂਗਰਸ ਦਾ ਬਹੁਤ ਵੱਡਾ ਹਿੱਸਾ ਵੱਖ-ਵੱਖ ਪਾਰਟੀਆਂ ਦੇ ਅੰਦਰ ਸ਼ਾਮਲ ਹੋਏਗਾ। ਆਮ ਆਦਮੀ ਪਾਰਟੀ 'ਚ ਉਹਦੇ ਲਈ ਸਪੇਸ ਨਹੀਂ ਹੈ। ਏਦਾਂ ਜਾਪਦਾ ਕਿ ਅਕਾਲੀ ਦਲ ਦੇ ਨਾਲ ਉਹਦੀ ਟਿਊਨਿੰਗ ਨਹੀਂ ਹੋ ਸਕਦੀ, ਤਾਂ ਉਹਦਾ ਵੱਡਾ ਹਿੱਸਾ ਬੀਜੇਪੀ ਵੱਲ ਜਾਣ ਦੇ ਹੀ ਸੰਕੇਤ ਮਿਲ ਰਹੇ ਨੇ। ਜਦੋਂ ਨੈਸ਼ਨਲੀ ਹਾਰੋਗੇ ਨਾ, ਤੁਸੀਂ 24 ਚ ਹਾਰ ਜਾਓਗੇ, ਤਾਂ ਕੀ ਕਾਂਗਰਸੀਆਂ ਨੂੰ ਨਜ਼ਰ ਆਊਗਾ? ਕਾਂਗਰਸ ਦਾ ਇੱਕ ਵੱਡਾ ਹਿੱਸਾ ਬੀਜੇਪੀ, ਯਾਨੀ ਮੇਰਾ ਇਹ ਮੰਨਣਾਗਾ ਕਿ ਹੋ ਸਕਦਾ ਆਉਣ ਵਾਲੀ ਜਿਹੜੀ ਬੀਜੇਪੀ ਹੈ, ਕਾਂਗਰਸ ਯੁਕਤ ਬੀਜੇਪੀ, ਯਾਨੀ ਕਾਂਗਰਸ ਹੀ ਬੀਜੇਪੀ ਹੋ ਜੇ, 70% ਕਾਂਗਰਸ ਬੀਜੇਪੀ ਹੋ ਜੇ, ਕਿਉਂਕਿ ਆਮ ਆਦਮੀ ਪਾਰਟੀ ਸਕੋਪ ਨਹੀਂ ਬਚਿਆ, ਉੱਥੇ ਜਾ ਚੁੱਕੇ ਨੇ ਲੀਡਰ। ਭਾਈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਸਪੇਸ ਵੀ ਤਾਂ ਹੋਵੇ। ਮੀਡੀਆ 'ਚ ਵੀ ਜਦੋਂ ਕੋਈ ਆਰਗੇਨਾਈਜੇਸ਼ਨ ਚੇਂਜ ਕਰਦਾ ਦੇਖਦਾ ਨਾ ਕਿ ਯਾਰ ਇੱਥੇ ਜਾ ਕੇ ਮੈਂ ਕੀ ਕਰ ਸਕੂੰਗਾ, ਹਨਾ। ਤਾਂ ਸਵਾਲ ਇਹ ਹੈਗਾ ਕਿ ਤੁਹਾਡੇ ਕੋਲ ਸਪੇਸ ਹੈ ਨਵੀਆਂ ਗੱਲਾਂ ਕਰਨ ਦਾ, ਜਾਂ ਕੋਈ ਆਪਦੀ ਗੱਲ ਖੜੀ ਕਰਨ ਦਾ। ਸਵਾਲ ਜਿੱਥੇ ਤੁਸੀਂ ਭੀੜ ਜਾ ਕੇ ਰੁਲ ਜਾਓਗੇ, ਉੱਥੇ ਕਿ ਆਮ ਆਦਮੀ ਪਾਰਟੀ 'ਚ ਪਹਿਲੇ ਬਹੁਤ ਲੀਡਰ ਨੇ। ਅਕਾਲੀ ਦਲ ਦੇ ਨਾਲ ਤੁਹਾਡਾ ਮਤਲਬ ਅਕਾਲੀ ਦਲ ਦਾ ਵੈਸੇ ਹੀ ਹਾਲ ਜਿਸ ਤਰ੍ਹਾਂ ਦਾ, ਤੇ ਅਕਾਲੀ ਦਲ ਦਾ ਜੋ ਹਿਸਟਰੀ ਆ, ਕਾਂਗਰਸ ਦੀ ਹਿਸਟਰੀ ਆ, ਉਹਦੇ 'ਚੋਂ ਜਾਣਾ ਔਖਾ ਹੈ। ਲੈ ਦੇ ਕੇ ਰਹੇਗੀ ਬੀਜੇਪੀ। ਤਾਂ ਇੱਕ ਵੱਡਾ ਹਿੱਸਾ 24 ਤੋਂ ਬਾਅਦ ਜੇ ਕਾਂਗਰਸ ਹਾਰ ਜਾਂਦੀ ਹੈ, ਤੁਸੀਂ ਦੇਖੋਗੇ ਉਹ ਮੂਵ ਹੋਏਗਾ ਬੀਜੇਪੀ ਵੱਲ। ਕਿਉਂਕਿ ਅੱਜ ਦੇ ਟਾਈਮ 'ਚ ਏਦਾਂ ਹੀ ਜਾਪਦਾ ਜੇ ਹੁਣ ਆਏ ਹੋ ਰਹੇ ਨੇ, ਤੁਸੀਂ ਅੰਦਾਜ਼ੇ ਲਾ ਲਓ। ਜੇ ਈਡੀ ਬਹੁਤ ਵੱਡਾ ਫੈਕਟਰ ਨਿਭਾ ਰਹੀ ਹੈ ਈਡੀ ਵੀ ਤਾਕਤ ਦੀ ਵੀ। ਦੇਖੋ ਗੱਲ ਦੇਖੋ ਰਾਜਨੀਤੀ 'ਚ ਸਰਵਾਈਵਲ, ਰਾਜਨੀਤੀ 'ਚ ਨਹੀਂ ਹੀ ਜ਼ਿੰਦਗੀ 'ਚ ਵੀ ਹੁੰਦਾ। ਬੰਦਾ ਸਰਵਾਈਵਲ ਦੀਆਂ ਲੜਾਈਆਂ ਲੜਦਾ ਹੈ, ਸਰਵਾਈਵਲ ਦੀ ਪੋਲਿਟਿਕਸ ਹੁੰਦੀ ਹੈ। ਜਿਹੜਾ ਬੰਦਾ ਰਾਜਨੀਤੀ ਹੀ ਕਰਦਾ ਉਹ ਹੋਰ ਕੀ ਕਰੂਗਾ? ਆਪਾਂ ਸਵਾਲ ਤਾਂ ਕਈ ਵਾਰ ਕਰਦੇ ਨੇ, ਤੁਹਾਡਾ ਹਿਰਦੇ ਪਰਿਵਰਤਨ ਕਿਵੇਂ ਹੋ ਗਿਆ, ਕਿਉਂ ਹੋ ਗਿਆ, ਤੁਸੀਂ ਵਿਚਾਰ ਕਿਉਂ ਬਦਲ ਗਏ? ਜਦ ਤੱਕ ਕੋਈ ਬੰਦਾ ਵਿਚਾਰਧਾਰਾ ਦੀ ਲੜਾਈ ਲੜਦਾ ਹੋਵੇ, ਆਈਡੀਓਲੋਜੀ ਦੀ ਲੜਾਈ ਲੜਦਾ ਹੋਵੇ, ਉਹਦੇ ਕੋਲੇ ਵਿਚਾਰਧਾਰਾ ਹੋਵੇ, ਉਹਦੇ ਨਾ ਕਿਸੇ ਥਾਂ ਦੀ ਧਰਮ ਦੀ ਵਿਚਾਰਧਾਰਾ ਗਈ, ਫਿਰ ਤਾਂ ਬੰਦਾ ਟਿਕਿਆ ਰਹੂਗਾ। ਜਿਵੇਂ ਆਰਐਸਐਸ ਇੱਕ ਵਿਚਾਰਧਾਰਾ ਹੁੰਦੀ ਹੈ। ਜਿੱਥੇ ਵਿਚਾਰਧਾਰਾ ਨਹੀਂ, ਜਿੱਥੇ ਕੁਛ ਨਹੀਂ, ਜਿੱਥੇ ਬੰਦਾ ਲਾਲਚ ਲਈ ਜੁੜਿਆ ਹੋਇਆ ਕਾਂਗਰਸ ਦੇ ਨਾਲ, ਉਹ ਕਿਉਂ ਟਿਕਿਆ ਰਹੂਗਾ? ਉਹਨੂੰ ਪਤਾ ਮੇਰਾ ਸਰਵਾਈਵਲ ਅਲਟੀਮੇਟਲੀ, ਜੋ ਸਰਵਾਈਵ ਹੀ ਨਹੀਂ ਕਰੂਗਾ। ਹੁਣ ਰਾਜਨੀਤੀ ਵਾਲਾ ਬੰਦਾ ਹੋਰ ਕੀ ਕਰੂਗਾ? ਕੋਈ ਰੇੜੀ ਤਾਂ ਲਾ ਨਹੀਂ ਲਊਗਾ। ਹੁਣ ਤਾਂ ਰਾਜਨੀਤੀ ਹੀ ਕਰਨੀ ਹੈ ਨਾ। ਜੇ ਉਹਦੀ ਇੱਥੇ ਰਾਜਨੀਤੀ ਜ਼ਿਕਰ ਕੀਤਾ ਹੈ ਕਿ ਈਡੀ ਦਾ ਜੇ ਇਦਾਂ ਹੀ ਡਰ ਰਿਹਾ ਤਾਂ ਲੱਗਦਾ ਕਿ ਕਾਂਗਰਸ ਨਹੀਂ, ਮੈਂ ਕਹਿੰਦਾ ਕਾਂਗਰਸ ਰਿਵਾਈਵ ਕਰ ਮੈਂ ਪਾਊਗੀ। ਇਹ ਕਹਿ ਰਿਹਾਗਾ ਕਿ ਕੱਲੀ ਗੱਲ ਈਡੀ ਦੀ ਨਹੀਂ ਆ ਪੰਜਾਬ 'ਚ। ਇਹ ਆਪਾਂ ਗਲਤ ਈਡੀ, ਇਹ ਬਹੁਤ ਵੱਡਾ ਪ੍ਰਚਾਰ ਠੀਕ ਆ, ਹੋਊਗਾ। ਮੈਂ ਨਹੀਂ ਕਹਿੰਦਾ ਕੁਝ ਲੀਡਰਾਂ ਨੇ ਗੜਬੜ ਨਹੀਂ ਕੀਤੀ। ਮਸਲਾ ਕੱਲੀ ਈਡੀ ਦਾ ਨਹੀਂ, ਮਸਲਾ ਸਰਵਾਈਵਲ ਦਾ। ਸਰਵਾਈਵਲ ਔਰ ਰਿਵਾਈਵਲ ਲੱਗਦਾ ਤੁਹਾਨੂੰ ਕਾਂਗਰਸ ਦਾ ਹੈ? ਰਿਵਾਈਵਲ ਤਾਂ ਉਹਨਾਂ ਦਾ ਨਹੀਂ ਕਿਤੇ ਨਜ਼ਰ ਆ ਰਿਹਾ। ਸਰਵਾਈਵਲ ਜਿਹੜਾ ਹੈਗਾ, ਸਰਵਾਈਵਲ ਜੇ 24 ਚ ਜਦੋਂ ਦੇਖੋ, ਤੁਹਾਨੂੰ ਇੱਕ ਚਾਹੀਦੀ ਆ, ਕਾਂਗਰਸੀਆਂ ਨੂੰ ਆਦਤ ਆ, ਜਦੋਂ ਸਟੇਟਸ ਗਵਰਨਮੈਂਟ ਆ, ਸਟੇਟ ਜੇ ਸੈਂਟਰ ਚ ਆ ਗਈ ਤਾਂ ਉੱਥੇ ਜਾ ਕੇ 4 ਫਾਇਦੇ ਲੈ ਲਏ। ਜਦੋਂ ਬੰਦੇ ਰਾਜਨੀਤੀ ਨਾਲ ਜੁੜੇ ਇਸ ਕਰਕੇ ਹੋਏ ਨੇ ਕਿ ਅਸੀਂ ਫਾਇਦੇ ਲੈਣੇ ਆ, ਤਾਂ ਅੱਜ ਫਾਇਦਾ ਕੌਣ ਦੇ ਸਕਦਾਗਾ? ਬੀਜੇਪੀ ਦੇਊਗੀ ਨਾ। ਤਾਕਤ ਬੀਜੇਪੀ ਕੋਲ ਆ। ਸਭ ਤੋਂ ਪਹਿਲਾਂ ਤਾਂ ਗਨਮੈਨ ਚਾਹੀਦੇ ਪੰਜਾਬ ਵਾਲਿਆਂ ਨੂੰ। ਪੰਜਾਬ ਵਾਲਿਆਂ ਬਾਰੇ ਮਸ਼ਹੂਰ ਆ ਵੀ ਇਹਨਾਂ ਨੂੰ ਗਨਮੈਨ ਦੇ ਦਿਓ, ਉਹਦੇ 'ਚ ਖੁਸ਼ ਹੋ ਜਾਂਦੇ ਨੇ। ਗਨਮੈਨ ਉਹ ਠਾ ਦੇਣੇ ਦੇ ਦਿੰਦੇ ਨੇ। ਆਪਾਂ ਦੇਖਿਆ ਸਾਰਿਆਂ ਨੂੰ ਗਨਮੈਨ ਮਿਲ ਗਏ, ਸਾਰਿਆਂ ਨੂੰ ਮਿਲੇ ਨੇ, ਆਪਾਂ ਦੇਖਿਆ ਹਨਾ। ਗਨਮੈਨ ਸਭ ਤੋਂ ਪਹਿਲੀ ਸ਼ਰਤ ਆ, ਗਨਮੈਨ ਮਿਲ ਜਾਣਗੇ। ਗਨਮੈਨ ਤੋਂ ਬਾਅਦ ਜਿਹੜੀ ਅਗਲੀ ਪੋਲਿਟਿਕਸ ਆ, ਪਾਵਰ ਪੋਲਿਟਿਕਸ ਆ। ਜੇ ਤੁਸੀਂ ਬੀਜੇਪੀ 'ਚ ਤਾਂ ਛੇਤੀ ਤੁਹਾਨੂੰ ਕੋਈ ਹੱਥ ਨਹੀਂ ਪਾਊਗਾ, ਕਿਉਂਕਿ ਆਪਾਂ ਦੇਖਿਆ ਇੱਥੇ ਕੁਛ ਇੱਥੇ ਉਹਨਾਂ ਨੇ ਬੀਜੇਪੀ ਨੇ ਕੋਸ਼ਿਸ਼ ਕੀਤੀ, ਉਹਦੇ ਸਤਿੰਦਰ ਜੈਨ ਚੱਕ ਲਿਆ। ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਹੈ, ਤਾਂ ਬੰਦੇ ਨੂੰ ਪਤਾ ਹੈ ਨਾ, ਅਸੀਂ ਪ੍ਰੋਟੈਕਟਡ ਆ। ਤਾਂ ਜਿੰਨੇ ਸੇਫ ਅਸੀਂ ਬੀਜੇਪੀ 'ਚ ਹੋਵਾਂਗੇ, ਪ੍ਰੋਟੈਕਟਡ ਆ। ਹਾਂ, ਜਿੰਨੇ ਪ੍ਰੋਟੈਕਟ ਹੋਣਾ, ਸੇਫ ਹੋਣਾ, ਬੀਜੇਪੀ ਸ਼ਿਫਟ ਹੋ ਜਾਏ। ਮਤਲਬ ਮੈਂ ਕਹਿ ਰਿਹਾਗਾ, ਜੇ ਹੁਣ ਜਦੋਂ ਅਜੇ ਕਾਂਗਰਸ ਕੁਝ ਆਸ ਨਜ਼ਰ ਆਉਂਦੀ ਆ ਕਾਂਗਰਸੀਆਂ ਨੂੰ ਕਿ ਨਹੀਂ ਅਸੀਂ ਐ ਕਰਾਂਗੇ, ਅਸੀਂ ਐ ਕਰਾਂਗੇ, ਅਸੀਂ ਸਰਕਾਰ ਬਣਾਵਾਂਗੇ, ਅਸੀਂ ਉਹ ਕਰਾਂਗੇ, ਤਾਂ ਕੁਝ ਵੀ ਨਹੀਂ ਹੋਇਆ ਨਾ। ਜੇ ਹੁਣੇ ਉਹਨਾਂ ਦਾ ਮੋਰਲ ਇੰਨੇ ਡਿਮੋਰਲਾਈਜ਼ ਹੋਏ ਨੇ ਕਾਂਗਰਸੀ ਕਿ ਉਹ ਬੀਜੇਪੀ ਜਾ ਰਹੇ ਨੇ, ਇਕੱਲਾ ਈਡੀ ਦਾ ਮਸਲਾ ਨਹੀਂ ਹੈਗਾ। ਔਰ ਸਟੇਟਮੈਂਟਾਂ ਜਿਹੜੀਆਂ ਪ੍ਰਧਾਨ ਨੇ ਦਿੱਤੀਆਂ, ਉਹ ਬਹੁਤ ਹੀ ਹਲਕੀ ਸਟੇਟਮੈਂਟ ਸੀ ਰਾਜੇ ਵੜਿੰਗ ਦੀ। ਕੀ ਚ ਰਾਜਾ ਵੜਿੰਗ ਕਹਿ ਰਿਹਾ ਹੈਗਾ ਕਿ ਜਾਓ ਜਿਹਨੇ ਜਾਣਾ, ਜਿਹਦੇ ਬਾਅਦ ਚੋਂ ਜੋ ਨੇ ਵੀ ਟਿੱਪਣੀ ਕੀਤੀ ਹੈ, ਹਾਲਾਂਕਿ ਜੋ ਦਾ ਮਸਲਾ ਨਹੀਂਗਾ।
ਤੁਸੀਂ ਇਹ ਨਹੀਂ ਕਹਿ ਸਕਦੇ ਤੁਹਾਡੇ ਹਨਾ ਵੀ ਇਹ ਤਾਂ ਜੀ ਉਹ ਮਾਲ ਆ ਜਿਹੜਾ ਬੁੜੇ ਹੋ ਗਏ ਬਜ਼ੁਰਗ ਤਾਂ ਕਿੰਨੇ ਬੈਠੇ ਨੇ ਪਾਰਟੀ 'ਚ ਤੁਸੀਂ ਫਾਇਦੇ ਲੈ ਲਏ ਹੋਰ ਕੋਈ ਫਾਇਦੇ ਲੈਣ ਵਾਲੇ ਤਾਂ ਕਿੰਨੇ ਬੈਠੇ ਨੇ ਪਾਰਟੀ 'ਚ ਪ੍ਰਧਾਨ ਤਾਂ ਕਹਿੰਦੇ ਵਧੀਆ ਹੋ ਰਿਹਾ ਜਿਹੜੇ ਪੁਰਾਣੇ ਜਾ ਰਹੇ ਨੇ ਅਸੀਂ ਨਵਿਆਂ ਨੂੰ ਵਧੀਆ ਮੌਕਾ ਦੇਵਾਂਗੇ ਇਹ ਬਹੁਤ ਪੋਲੀਟੀਕਲੀ ਇਨਕਰੈਕਟ ਤੇ ਰੋਂਗ ਸਟੇਟਮੈਂਟ ਆ ਰਾਜੇ ਵੜਿੰਗ ਦੀ ਇਹ ਪੋਲੀਟੀਕਲੀ ਰਾਜੇ ਵੜਿੰਗ ਨੇ ਇਹ ਸਹੀ ਸਟੇਟਮੈਂਟ ਨਹੀਂ ਤੇ ਹੋਰ ਕਾਂਗਰਸ ਨੂੰ ਭਜਾਉਣ ਵਾਲੀ ਗੱਲ ਆ ਬਈ ਜਾਓ ਰਾਜ ਪਾਰਟੀਆਂ ਇਹ ਨਹੀਂ ਚੱਲਦੀਆਂ ਹੁੰਦੀਆਂ ਉਹ ਨਵੇਂ ਪ੍ਰਧਾਨ ਬਣੇ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗੂ ਉਸ ਇੰਟੈਂਸਿਟੀ ਗ੍ਰੈਵਿਟੀ ਦਾ ਇੱਕ ਐਮਐਲਏ ਹੋਣਾ ਤੇ ਬਾਕੀ ਚੀਜ਼ਾਂ ਹੋਣੀਆਂ ਅਲੱਗ ਗੱਲ ਹੈ ਇਹ ਗੱਲ ਉਹਨਾਂ ਨੂੰ ਬਹੁਤ ਲੇਟ ਸਮਝ ਆਊਗੀ ਜਿਹੜੀ ਗੱਲ ਉਹਨਾਂ ਨੇ ਕਹਿ ਲੱਗਦਾ ਇੱਕੋ ਲਾਈਨ ਕਿਉਂਕਿ ਦੇ ਉੱਤੇ ਹੈ ਰਾਜਨੀਤੀ ਇਹ। ਦਾ ਸਟੂਡੈਂਟ ਹੋਣਾ ਰਾਜਨੀਤੀ ਨੂੰ ਜਾਣਨਾ ਤੇ ਚੋਣਾਂ ਜਿੱਤਣਾ ਅਲੱਗ-ਅਲੱਗ ਗੱਲ ਹੈ ਰਾਜਨੀਤੀ 'ਚ ਉਹ ਬੰਦੇ ਨੇ ਜਿਹੜੇ 360 ਡਿਗਰੀ ਤੇ ਰਾਜਨੀਤੀ ਘੁਮਾ ਦਿੰਦੇ ਨੇ ਇਸੇ ਕਾਂਗਰਸ 'ਚੋਂ ਲੀਡਰ ਰਹੇ ਨੇ ਜਿਹੜੇ 360 ਡਿਗਰੀ ਤੇ ਰਾਜਨੀਤੀ ਨੂੰ ਘੁਮਾ ਦਿੰਦੇ ਨੇ ਇਸੇ ਕਾਂਗਰਸ 'ਚੋਂ ਲੀਡਰ ਵੀ ਨੇ ਜਿਨ੍ਹਾਂ ਨੂੰ 60 ਦੇ ਕੋਣ ਤੇ ਵੀ ਰਾਜਨੀਤੀ ਸਮਝ ਨਹੀਂ ਆਉਂਦੀ 90 ਦੇ ਕੋਣ ਤੇ ਵੀ ਰਾਜਨੀਤੀ ਨਹੀਂ ਸਮਝ ਆਉਂਦੀ 180 ਕਾਂਗਰਸ ਤਾਂ ਕਹਿੰਦੇ ਸਾਡਾ ਜਿਹੜਾ ਅਸੀਂ ਸੁਮੇਲ ਬਣਾਇਆ ਹੈ ਹੀ ਬਹੁਤ ਤਾਂ ਇਸ ਸ਼ਾਨਦਾਰ ਕਰਕੇ ਮੈਂ ਇਹੀ ਕਹਿ ਰਿਹਾਗਾ ਆਪਾਂ ਕਿਉਂਕਿ ਈਡੀ ਤੇ ਚਰਚਾ ਕਰ ਰਹੇ ਹਾਂ ਮਸਲਾ ਇਹ ਹੈਗਾ ਕਿ ਹੁਣ ਇਹੀ ਗੱਲ ਆ ਮੈਂ ਕਹਿ ਰਿਹਾ ਕੱਲਾ ਈਡੀ ਦਾ ਮਸਲਾ ਨਹੀਂ ਆ ਈਡੀ ਦਾ ਡਰ ਜ਼ਰੂਰ ਆਗਾ ਜਿਹਨੇ ਕੋਈ ਗੜਬੜ ਕੀਤੀ ਹੋ ਉਹਨਾਂ ਨੂੰ ਪਰ ਈਡੀ ਤੋਂ ਬਿਨਾਂ ਵੀ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਕਾਂਗਰਸ ਜੇ 24 ਚ ਹਾਰ ਜਾਂਦੀ ਹੈ ਚੋਣਾਂ ਜਿਹਦੀ ਸੰਭਾਵਨਾ ਬਹੁਤ ਜ਼ਿਆਦਾ ਗਈ 2024 ਚ ਕਾਂਗਰਸ ਦਾ ਜਿੱਤਣਾ ਦੇਸ਼ ਜਿੱਤਣਾ ਕੀ 100 ਸੀਟ ਦੇ 125 ਸੀਟ ਦੇ ਨੇੜੇ ਜਾਣਾ ਵੀ ਕੋਈ 44 ਸੀਟਾਂ ਤੇ ਖੜੀ ਆ ਕਾਂਗਰਸ ਦਾ ਸਰਵਾਈਵ ਕਰਨਾ 2024 ਚ ਬਹੁਤ ਜਦੋਂ 2024 ਚ ਸੁਪਨੇ ਟੁੱਟਣਗੇ ਕਾਂਗਰਸੀਆਂ ਦੇ ਉਦੋਂ ਦੇਸ਼ ਭਰ ਦੇ ਕਾਂਗਰਸੀਆਂ ਤੁਸੀਂ ਦੇਖੋਗੇ ਉਹ ਕਿੱਧਰ ਨੂੰ ਮੂਵ ਹੋਣਗੇ ਜਿਹੜੇ ਰਾਜਾਂ ਚ ਕਿਉਂਕਿ ਪੰਜਾਬ ਚ ਬੀਜੇਪੀ ਚ ਬਹੁਤ ਸਪੇਸ ਪਿਆ ਗਾ ਰਾਜਨੀਤੀ ਕਰਨ ਦਾ ਖਾਲੀ ਪਈ ਆ ਬੀਜੇਪੀ ਹਾਲਾਂਕਿ ਮੈਨੂੰ ਇਹ ਲੱਗਦਾ ਬੀਜੇਪੀ ਦੇ ਪੁਰਾਣੇ ਲੀਡਰ ਨੇ ਜਿਹੜੇ ਉਹ ਕੀ ਸੋਚਦੇ ਹੋਣਗੇ ਉਹਨਾਂ ਦੇ ਉੱਤੇ ਆ ਕੇ ਜਿਹੜੇ ਕੱਦਾਵਾਰ ਲੀਡਰ ਬਿਠਾਤੇ ਜਿਹੜੇ ਅਸ਼ਵਨੀ ਸ਼ਰਮਾ ਮਨੋਰੰਜਨ ਕਾਲੀਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੀਜੇਪੀ ਲਈ ਲਾਤੀ ਆਰਐਸਐਸ ਲਈ ਲਾਤੀ ਉਹ ਕੀ ਸੋਚਦੇ ਹੋਣਗੇ ਕਿ ਸਾਡੇ ਸਿਰ ਤੇ ਲਿਆ ਕੇ ਕੌਣ ਬਿਠਾਤੇ ਇਹ ਕੰਟਰਡਿਕਸ਼ਨ ਵੀ ਬੀਜੇਪੀ 'ਚ ਪਰ ਬੀਜੇਪੀ ਮੈਂ ਬਾਕੀ ਪਾਰਟੀਆਂ ਦੇ ਮੁਕਾਬਲੇ ਦੇਖਿਆ ਖਾਸ ਤੌਰ ਤੇ ਜਿਹੜੇ ਬੀਜੇਪੀ 'ਚ ਆਰਐਸਐਸ ਕਦੇ ਬਹੁਤ ਰੇਅਰ ਬੰਦੇ ਦੇਖੋਗੇ ਕਿ ਆਰਐਸਐਸ ਦੇ ਚੁਆਏ ਬੰਦੇ ਨੇ ਬੀਜੇਪੀ ਛੱਡਤੀ ਬੀਜੇਪੀ ਦਾ ਬੰਦਾ ਘਰੇ ਬਹਿ ਜੂ ਪਰ ਪਾਰਟੀ ਨਹੀਂ ਛੱਡਦਾ ਇਹ ਇਤਿਹਾਸ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਹੁੰਦਾ ਨਹੀਂ ਕਿ ਬਾਕੀ ਪਾਰਟੀਆਂ ਦੇ ਮੁਕਾਬਲੇ ਨਹੀਂ ਹੁੰਦਾ ਪਰ ਬਾਕੀ ਪਾਰਟੀਆਂ ਦੇ ਮੁਕਾਬਲੇ ਅਨੁਸ਼ਾਸਨ ਉਹਨਾਂ 'ਚ ਬਹੁਤ ਜ਼ਿਆਦਾ ਹੈਗਾ ਤੇ ਇਸ ਕਰਕੇ ਇਹ ਚੀਜ਼ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਅੰਦਰ ਤੁਹਾਨੂੰ ਦੇਖਣ ਨੂੰ ਮਿਲੂ ਈਡੀ ਦੀ ਪੋਲਿਟਿਕਸ ਤੇ ਹੋਰ ਸਾਰਾ ਕੁਝ ਆ ਉਹ ਵੀ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੂ ਵੀ ਮੈਂ ਨਹੀਂ ਕਹਿੰਦਾ ਈਡੀ ਨਹੀਂ ਕਰ ਰਹੀ ਪਰ ਮੈਂ ਕਹਿੰਦਾ ਜਿਹੜਾ ਇਹਨੂੰ ਈਡੀ ਦੇ ਹੀ ਚਸ਼ਮੇ 'ਚੋਂ ਸਮਝ ਰਿਹਾ ਪੰਜਾਬ ਵਾਲੀ ਗੱਲ ਨੂੰ ਉਹ ਖਤਾ ਖਾ ਰਿਹਾ ਉਹਨੂੰ ਰਾਜਨੀਤੀ ਦੀ ਫਿਰ ਸਮਝ ਨਹੀਂ ਹੈਗੀ ਤਾਂ ਕੀ ਲੱਗਦਾ ਜੀ ਜੇ ਅਖੀਰਲਾ ਮੇਰਾ ਸਵਾਲ ਹੈ ਤਾਂ ਜੇ ਇਹ ਈਡੀ ਚਸ਼ਮੇ ਤੋਂ ਸਾਈਡ ਦੇ ਉੱਤੇ ਹਟ ਕੇ ਵੇਖਣ ਤਾਂ ਲੀਡਰਾਂ ਨੂੰ ਕੀ ਕਰਨਾ ਚਾਹੀਦਾ ਹੈ ਨਹੀਂ ਲੀਡਰਾਂ ਨੂੰ ਕੀ ਕਰਨਾ ਚਾਹੀਦਾ ਹੈਗਾ ਉਹ ਤਾਂ ਹੁਣ ਮੈਂ ਉਹੀ ਗੱਲ ਕਹਿ ਰਿਹਾ ਨਾ ਤੁਹਾਡੇ ਨਿੱਜੀ ਮਫਾਦ ਕੀ ਨੇ ਮੇਰੇ ਕੀ ਨੇ ਕਿਸੇ ਦੇ ਕੀ ਨੇ ਜਦੋਂ ਬੰਦਾ ਇਸ ਗੱਲ ਦੇ ਉੱਤੇ ਆ ਜਾਂਦਾਗਾ ਤਾਂ ਇਹਨੂੰ ਤੁਸੀਂ ਕੀ ਉਹ ਕਰੋਗੇ ਇਹਦਾ ਬੰਦਾ ਸੈਲਫ ਇੰਟਰ ਬੰਦੇ ਨੂੰ ਲੱਗਦਾਗਾ ਮੈਂ ਕਹਿ ਰਿਹਾਗਾ ਕਿ ਪਹਿਲੀ ਲੜਾਈ ਸਰਵਾਈਵਲ ਦੀ ਲੜਾਈ ਆ ਪੋਲੀਟੀਕਲ ਸਰਵਾਈਵਲ ਕਿਵੇਂ ਆਗਾ ਦੂਜੀ ਲੜਾਈ ਪ੍ਰੋਟੈਕਸ਼ਨ ਦੀ ਲੜਾਈ ਆ ਸਭ ਨੂੰ ਲੱਗਦਾਗਾ ਕਿ ਜੇ ਅਸੀਂ ਬੀਜੇਪੀ 'ਚ ਤਾਂ ਪ੍ਰੋਟੈਕਟ ਆਂਗੇ ਸਾਨੂੰ ਛੇਤੀ ਕੋਈ ਹੱਥ ਨਹੀਂ ਲਾਊਗਾ ਪੰਜਾਬ ਸਰਕਾਰ ਵੀ ਨਹੀਂ ਚੱਕੂਗੀ ਜਿਵੇਂ ਕਿਹਾ ਗਿਆ ਕਿ ਜੇ ਧਰਮਸੁੱਧ ਬੀਜੇਪੀ ਚਲਾ ਜਾਂਦਾ ਸ਼ਾਇਦ ਆਮ ਆਦਮੀ ਪਾਰਟੀ ਨਾ ਚੱਕਦੀ ਚਰਚਾ ਇਹ ਹਾਲਾਂਕਿ ਚੱਕ ਜੇ ਫੁੱਲ ਪ੍ਰੂਫ ਨੇ ਤਾਂ ਚੱਕ ਵੀ ਸਕਦੇ ਆ ਉਹ ਤਾਂ ਇਸ ਕਰਕੇ ਪੰਜਾਬ ਦੇ ਅੰਦਰ ਜਿਹੜਾ ਹੈਗਾ ਉਹ ਪਹਿਲੀ ਲੜਾਈ ਸਰਵਾਈਵਲ ਦੀ ਹੈ ਦੂਜੀ ਲੜਾਈ ਪ੍ਰੋਟੈਕਸ਼ਨ ਦੀ ਹੈ ਤੀਜੀ ਲੜਾਈ ਉਹ ਇੰਡੀਵਿਜੂਅਲ ਦੀ ਹੈ ਕਿ ਕੋਈ ਇੰਡੀਵਿਜੂਅਲ ਕਿੰਨਾ ਤਾਕਤਵਰ ਆ ਕੁਝ ਕਾਂਗਰਸੀ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਆ ਇਹ ਜਹਾਜ਼ ਪੂਰਾ ਡੁੱਬ ਜੇ ਅਸੀਂ ਫਿਰ ਵੀ ਵਿੱਚ ਹੀ ਹੋਵਾਂਗੇ ਇਹੋ ਜਿਹੇ ਕਾਂਗਰਸੀ ਵੀ ਨੇ ਅਸੀਂ ਡੁੱਬਦੇ ਜਹਾਜ਼ ਨੂੰ ਛੱਡ ਕੇ ਨਹੀਂ ਜਾਵਾਂਗੇ ਉਹ ਕਾਂਗਰਸੀ ਵੀ ਨੇ ਪਰ ਕੁਝ ਉਹ ਵੀ ਹੋਣਗੇ ਜਿਹੜੇ ਆਪਦੇ ਨਿੱਜੀ ਸਰਵਾਈਵਲ ਲਈ ਪ੍ਰੋਟੈਕਸ਼ਨ ਲਈ ਤੇ ਸਾਰੇ ਕਾਸੇ ਲਈ ਚਲੇ ਜਾਣਗੇ ਪਰ ਦੇਖਦੇ ਹਾਂ ਮਤਲਬ ਅਗਲੀ ਲੜਾਈ ਬੜੀ ਇੰਟਰਸਟਿੰਗ ਹੋਏਗੀ ਬੀਜੇਪੀ ਇੱਥੇ ਬਹੁਤ ਵੱਡਾ ਪਲੇਅਰ ਹੋਏਗੀ ਪੰਜਾਬ ਦੇ ਅੰਦਰ ਮੇਰੀ ਇਹ ਪੋਲੀਟੀਕਲ ਹੋ ਸਕਦਾ ਮੈਂ ਬਿਲਕੁਲ ਗਲਤ ਹੋਵਾਂ ਮੈਂ ਆਪਦੀ ਗੱਲ ਬਾਰੇ ਕਦੇ ਵੀ ਨਹੀਂ ਪਰ ਜੋ ਹੁਣ ਨਜ਼ਰ ਆ ਰਿਹਾ ਜੋ ਦਿਖ ਰਿਹਾ ਹੈਗਾ ਲੱਗਦਾ ਇਹ ਹੈ ਕਿ ਪੰਜਾਬ ਚ ਆਉਣ ਵਾਲੇ ਸਮੇਂ ਚ ਬੀਜੇਪੀ ਇੱਕ ਵੱਡਾ ਪਲੇਅਰ ਹੋਏਗੀ ਕਿਉਂਕਿ ਤਾਕਤ ਉਹਦੇ ਕੋਲ ਆ ਪੈਸਾ ਉਹਦੇ ਕੋਲ ਆ ਪ੍ਰੋਟੈਕਸ਼ਨ ਦੀ ਪਾਵਰ ਉਹਦੇ ਕੋਲ ਆ ਤੇ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਬੁਰੀ ਤਰ੍ਹਾਂ ਖਤਮ ਹੋਇਆਗਾ ਪੰਜਾਬ ਚੋਂ ਔਰ ਜਿਸ ਤਰੀਕੇ ਦੇ ਨਾਲ ਕਾਂਗਰਸ ਦਾ ਹਾਲ ਆ ਔਰ ਜਿਸ ਤਰੀਕੇ ਨਾਲ ਕਾਂਗਰਸੀਆਂ ਦੇ ਉਧਰ ਨੂੰ ਗਤੀ ਹੋ ਰਹੀ ਆ ਲੜਾਈ ਕਿਤੇ ਆਪ ਤੇ ਅਗਲੀ ਬੀਜੇਪੀ ਚ ਮਤਲਬ ਇਸ ਤਰ੍ਹਾਂ ਦੀ ਵੀ ਸੰਭਾਵਨਾ ਬਣ ਸਕਦੀ ਹੈ ਜਿਹਦੀ ਨਜ਼ਰ ਜਦ ਔਰ ਬੀਜੇਪੀ ਬੜਾ ਥੋਰੋਲੀ ਲੱਗੀ ਹੋਈ ਆ ਤੁਸੀਂ ਦੇਖੋ ਬਿਲਕੁਲ ਅਮਿਤ ਸ਼ਾਹ ਦਾ ਆ ਕੇ ਸ਼ਾਮਲ ਕਰਾਉਣਾ ਕੋਈ ਛੋਟੀ ਗੱਲ ਨਹੀਂ ਸੀ ਪੰਜਾਬ ਚ ਬੀਜੇਪੀ ਹਰ ਮਸਲੇ ਦੇ ਉੱਤੇ ਪ੍ਰੋਟੈਸਟ ਕਰ ਰਹੀ ਹੈ ਹਰ ਮਸਲੇ ਤੇ ਲੜ ਰਹੀ ਹੈ ਇਸ ਗੱਲ ਨੂੰ ਅੰਡਰਸਟੈਂਡ ਉਹ ਪਾਰਟੀਆਂ ਨੂੰ ਕਰਨਾ ਚਾਹੀਦਾ ਜਿਨ੍ਹਾਂ ਨੂੰ ਮੈਂ ਕਹਿਣਾ ਜਿਨ੍ਹਾਂ ਨੂੰ ਰਾਜਨੀਤੀ 60 ਡਿਗਰੀ ਦੇ ਐਂਗਲ ਤੋਂ ਵੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਰਾਜਨੀਤੀ 360 ਡਿਗਰੀ ਤੋਂ ਜਦੋਂ ਸਮਝ ਨਹੀਂ ਆਉਂਦੀ 360 ਡਿਗਰੀ ਤੇ ਰਾਜਨੀਤੀ ਕਿਵੇਂ ਘੁੰਮਦੀ ਆ ਉਦੋਂ ਤੱਕ ਉਹ ਰਾਜਨੀਤੀ ਨੂੰ ਨਹੀਂ ਫੜ ਸਕਣਗੇ ਚੋਣਾਂ ਜਿੱਤਣਾ ਕੋਈ ਰਾਜਨੀਤੀ ਨਹੀਂ ਹੁੰਦਾ ਕੱਲ ਬਹੁਤ ਧੰਨਵਾਦ ਤਾਂ ਚਰਚਾ ਕਰ ਰਹੇ ਸੀ ਡੀਕੋਡ ਕਰ ਰਹੇ ਸੀ ਈਡੀ ਔਰ ਨਾਲ ਹੀ ਭਾਜਪਾ ਦੀ ਇਸ ਵੇਲੇ ਪੰਜਾਬ ਦੇ ਵਿੱਚ ਬਣਦੀ ਹੋਈ ਸਥਿਤੀ ਦੀ ਤਾਂ ਯਾਦਵਿੰਦਰ ਜੀ ਹੁਣੀ ਕਹਿ ਰਹੇ ਨੇ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਹੋਰ ਵੀ ਬਦਲਦੀਆਂ ਹੋਈਆਂ ਨਜ਼ਰ ਆਉਣਗੀਆਂ ਹਾਲਾਂਕਿ ਸਮੀਕਰਨ ਤੁਹਾਡੇ ਸਾਹਮਣੇ ਨੇ 22 ਦੇ ਵਿੱਚ ਚੋਣਾਂ ਤੋਂ ਪਹਿਲਾਂ
ਜੋ ਭਾਜਪਾ ਦੇ ਹਾਲਾਤ ਸੀ ਔਰ ਜੋ ਅੱਜ ਦੇ ਹਾਲਾਤ ਨੇ ਉਹ ਸਭ ਕੁਝ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਨੇ।